ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇਸ ਕਿਰਤ ਕੋ ਕਰ ਸਤਿਗੁਰ ਨਿਸਾ ਪਈ ਪੁਨ ਆਏ। ਗ੍ਰਹਿ ਪ੍ਰਵੇਸ਼ ਭੋਜਨ ਕਰਿਓ ਬੈਠ ਪ੍ਰਯੰਕ ਸੁਹਾਏ। ਪਰਮ ਸਨਮਾਨ ਆਵਰ ਸਾਹਿਬ ਕਮਾਲ बारगाहे इनायत के मालक कलयुगी जीवों के उद्धार करता साहिब सहाबा जोत रूप हर आप महिमा दे मालक तन 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 गुरु पिता श्री गुरुदेव गुरु ग्रंथ साहिब जी दे महान बरकतमई इनायतमई श्री चरण कमलों च विराजमान गुरु प्यारी साध संगत, गुरुदेव जी की महान इनायत का सदका साडे सारियां दे सिर ते मेहरमतमई रखे हथ का सदका जीवन का अज का दिन भी प्राप्त होया और इस नवें दिन की जो नवें जन्म समान है इस शाम अजीज़ुल नवाज गनीमुल खराज पातशाह श्री गुरु ग्रंथ साहिब महाराज जी दे पावन चरण कमलों की खाक दे नाम करना नसीब होया। सतगुरु जी की मेहर सदका अज सवेरे तो गुरु गोबिंद सिंह महाराज जी दे पावन तखत पावन हरिमंदिर दे इशनान की सेवा चल रही सी, जिस विच आप जी ने अपना हिस्सा प्राप्त किया। फिर सोदर चौंकी दे कीर्तन रहरास अरदास फिर साहिब जी दे हुक्मनामे प्रेम सहित झोली च पवाए। कुछ समा होर साहिब कमाल महिमा दे मालक तरन गगन नव खंड में जोत स्वरूपी रहो पर पन मथुरा कछ भेद नहीं गुर अर्जुन परतख यार। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਸ਼ਹਾਦਤ ਉਲਾਹਨੋ ਮੈਂ ਕਾਹੂ ਨਾ ਦਿਓ ਮਨ ਮੀਠ ਤੁਹਾਰੋ ਕੀਓ। मीत करे सोई हम माना मीत के करतब कुशल समाना। एका टेक मेरे मन चीत जिस किस करना सो हमरा मीत। तेरा किया मीठा लागै हर नाम पदारथ नानक मांगै। जिन्हां दी पावन रसना तो ये अमृत बोलां दी धुनी प्रगट होई। श्री गुरु अर्जन देव महाराज जी की शहादत नूं सत सत नमन करदिआं ये विचार सरवण करिए पेशतर। दोहां हत्थां नूं हिरदे दे सामने जोड़दिआं नेत्र बंद करके ऐसा गहराई तो महसूस करिए कि साडा सीस गुरु अर्जन देव जी दे श्री चरण कमलों ते टिकिया है ते साहिब जियां ने मेहर भरिया हथ
ਸਾਡੇ ਸਿਰ ਤੇ ਰੱਖਿਆ ਹੋਇਆ। ਗੁਰੂਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ, ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਅੰਮ੍ਰਿਤਮਈ ਫਤਿਹ ਦੁਆਰਾ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਗੁਰਸਿੱਖਾਂ ਨੂੰ, ਸੰਗਤਾਂ ਨੂੰ ਸਮੇਤ ਗੁਰੂ ਹਰਗੋਬਿੰਦ ਸਾਹਿਬ ਜੀਆਂ ਨੂੰ ਉਪਦੇਸ਼ ਤੇ ਸੰਦੇਸ਼ ਦਿੱਤੇ ਔਰ ਸਾਰਾ ਦਿਨ ਵੱਡੀ ਪ੍ਰਸੰਨਤਾ ਨਾਲ ਜੋ ਆਇਆ ਉਸ ਨੂੰ ਮਿਲਦੇ ਰਹੇ, ਦੀਦਾਰ ਬਖਸ਼ਦੇ ਰਹੇ। ਪ੍ਰੇਮ ਭਿੱਜੇ ਬੋਲਾਂ ਦੀ ਸਾਂਝ ਕਰਕੇ ਅਨੇਕਾਂ ਹੀ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰਕੇ ਪ੍ਰਭੂ ਮਾਰਗ ਦੇ ਢੁੰਡਾਊਆਂ ਨੂੰ ਮਾਰਗ ਦਰਸਾ ਕੇ ਦੀਵਾਨਾਂ ਦੀਆਂ ਹਾਜ਼ਰੀਆਂ ਤੇ ਫਿਰ ਸਮਾਪਨਤਾ ਤੋਂ ਬਾਅਦ ਆਪਣੇ ਮਹਿਲਾਂ ਵਿੱਚ ਆਏ ਹਨ। ਇਸ ਕ੍ਰਿਤ ਕੋ ਕਰ ਸਤਿਗੁਰੂ ਨਿਸਾ ਭਈ ਪੁਨ ਆਏ। ਰਾਤ ਦਾ ਸਮਾਂ ਆ ਗਿਆ, ਗ੍ਰਹਿ ਪ੍ਰਵੇਸ਼ ਭੋਜਨ ਕਰਿਓ, ਬੈਠ ਪਰਯੰਕ ਸੁਹਾਏ। ਮਹਾਰਾਜ ਜੀਆਂ ਨੇ ਭੋਜਨ ਕੀਤਾ ਤੇ ਫਿਰ ਆਪਣੇ ਸੋਹਣੇ ਪਲੰਗ ਤੇ ਮਹਾਰਾਜ ਬੈਠ ਗਏ ਹਨ ਤੇ ਬੜੇ ਸੋਹਣੇ ਲੱਗਦੇ ਪਏ ਨੇ। ਚਿਹਰੇ ਤੇ ਕੋਈ ਅਗੰਮੀ ਨੂਰ ਝਲਕ ਰਿਹਾ। ਅਗਲੀ ਵਿਚਾਰ ਸਰਵਣ ਕਰੀਏ ਪੇਸ਼ਤਰ। ਆਖੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਇੱਕ ਵਾਰੀ ਫਿਰ ਸਾਰੇ ਆਖੋ ਜੀ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਹਾਂਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਚੌਪਈ। ਸਾਧਵੀ ਸ੍ਰੀ ਗੰਗਾ ਚਲ ਆਈ। ਮਹਾਨ ਪਵਿੱਤਰ ਪਤੀਬ੍ਰਤਾ ਇਸਤਰੀ, ਜਿਨ੍ਹਾਂ ਵਰਗਾ ਦੂਸਰਾ ਹਿਰਦਾ ਤਿੰਨਾਂ ਲੋਕਾਂ 'ਚ ਨਹੀਂ ਲੱਭਿਆ ਜਾ ਸਕਦਾ। ਧੰਨ ਧੰਨ ਮਾਤ ਗੰਗਾ ਜੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਮਹਿਲ, ਉਹ ਮਹਾਰਾਜ ਜੀਆਂ ਦੇ ਕੋਲ ਜਦ ਆਪ ਪਲੰਗ 'ਤੇ ਬਿਰਾਜੇ ਨੇ, ਬੈਠੇ ਨੇ ਤੇ ਆਪ ਪਹੁੰਚੀਆਂ ਹਨ। ਹਾਂਜੀ। ਬੈਠੇ ਨਿਕਟ ਦੇਖ ਸੁਖ ਪਾਈ। ਮਹਾਰਾਜ ਜੀ ਦੇ ਪਲੰਗ 'ਤੇ ਆਪ ਬੈਠੇ ਸਤਿਗੁਰੂ, ਉਹਨਾਂ ਦੇ ਨੇੜੇ ਜ਼ਮੀਨ 'ਤੇ ਸ਼੍ਰੀ ਮਾਤ ਗੰਗਾ ਜੀ ਬਿਰਾਜ ਗਈਆਂ ਔਰ ਮਹਾਰਾਜ ਜੀ ਦੇ ਚਰਨਾਂ ਦੀ ਸੇਵਾ ਕਰਨ ਲੱਗ ਪਈਆਂ। ਸ੍ਰੀ ਅਰਜਨ ਸਭ ਬਾਤ ਬਖਾਨੀ। ਤੇ ਸਾਹਿਬੇ ਕਮਾਲ ਪ੍ਰਤੱਖ ਹਰ ਸਤਿਗੁਰੂ ਜੀ ਨੇ ਜੋ ਸਾਰਾ ਦਿਨ ਗੱਲਬਾਤ ਹੋਈ ਹੈ ਤੇ ਆਉਣ ਵਾਲੇ ਸਮੇਂ 'ਚ ਜੋ ਸੰਭਾਵਨਾ ਨਜ਼ਰ ਆ ਰਹੀ ਹੈ ਉਹ ਸਭ ਜ਼ਿਕਰ ਮਹਾਰਾਜ ਜੀ ਨੇ ਮਾਤ ਗੰਗਾ ਜੀਆਂ ਨਾਲ ਸਾਂਝਾ ਕੀਤਾ ਤੇ ਇਸ ਤਰ੍ਹਾਂ ਆਖਿਆ। ਸੁਨੋ ਆਰਜੇ ਭਾਗ ਮਹਾਨੀ। ਆਖਣ ਲੱਗੇ ਹੈ ਮਹਾਨ ਭਾਗ ਵਾਲੀ, ਵੱਡੇ ਭਾਗਾਂ ਵਾਲੀ ਏ ਸ੍ਰੇਸ਼ਟ ਗੰਗਾ ਜੀਓ, ਇਹ ਸਾਡੇ ਬੋਲ ਸਰਵਣ ਕਰੋ। ਲਵਪੁਰ ਕੋ ਹਮ ਕਰੈ ਪਿਆਨਾ। ਕੱਲ ਨੂੰ ਅਸੀਂ ਲਾਹੌਰ ਵੱਲ ਤਿਆਰੀ ਕਰਨੀ ਹੈ, ਲਾਹੌਰ ਜਾਣਾ ਹੈ। ਹੋਤ ਪ੍ਰਾਤ ਨਿਸਚੇ ਹੋਏ ਜਾਣਾ। ਤੇ ਸਵੇਰੇ ਆਉਂਦਿਆਂ ਇਹ ਨਿਸ਼ਚਾ ਕਰ ਲਿਆ, ਇਹ ਅਸੀਂ ਮਨ ਬਣਾ ਲਿਆ ਬਈ ਲਵਪੁਰ, ਪੁਰਾਤਨ ਮਿਥਿਹਾਸ ਵਿੱਚ ਲਿਖਿਆ ਹੋਇਆ ਹੈ ਬਈ ਕਸੂਰ ਸ਼ਹਿਰ ਤ੍ਰੇਤੇ ਦੇ ਮਹਾਨ ਅਵਤਾਰੀ ਪੁਰਸ਼ ਸ਼੍ਰੀ ਰਾਮ ਦੇ ਪੁੱਤਰ ਕੁਸ਼ ਨੇ ਵਸਾਇਆ ਔਰ ਲਾਹੌਰ ਲਵ ਨੇ ਵਸਾਇਆ ਹੋਇਆ, ਇਸ ਕਰਕੇ ਉਹਦਾ ਨਾਮ ਲਵਪੁਰ ਜਾਂ ਲਾਹੌਰ ਕਹਿੰਦੇ।
ਮਹਾਰਾਜ ਜੀ ਨੇ ਕਿਹਾ ਸੀ ਸਵੇਰੇ ਲਾਹੌਰ ਨਗਰ ਵਿੱਚ ਜਾਣਾ ਹੈ, ਨਿਸ਼ਚਾ ਹੋਇਆ ਹੈ। ਤਬ ਸੁਤ ਸਕਲ ਕਾਜ ਕੋ ਸਿਆਣਾ। ਤੇ ਹੇ ਗੰਗਾ ਜੀ, ਤੁਹਾਡੇ ਸਾਹਿਬਜ਼ਾਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਹਰ ਪ੍ਰਕਾਰ ਨਾਲ ਸਿਆਣੇ ਹਨ, ਗੱਲ ਨੂੰ ਸਮਝਦੇ ਹਨ, ਸਾਰਾ ਮਰਮ ਉਹਨਾਂ ਨੂੰ ਹਰ ਗੱਲ ਦਾ ਭੇਦ ਪਤਾ ਹੈ। ਹਾਂਜੀ, ਧਰਮ ਤੀਰ ਤਰ ਤਰਨ ਸਮਾਨਾ। ਉਹ ਬੜੇ ਧਰਮ ਦੇ ਤੇ ਧੀਰਜ ਨਾਲ ਚੱਲਣ ਵਾਲਾ ਹਿਰਦਾ ਰੱਖਣ ਵਾਲੇ ਹਨ। ਤੇ ਧੀਰਜ ਇਸ ਤਰ੍ਹਾਂ ਹੈ ਜਿਵੇਂ ਧਰਤੀ ਦਾ ਸੁਭਾਅ ਹੈ। ਬ੍ਰਹਮ ਗਿਆਨੀ ਕੇ ਧੀਰਜ ਏਕ, ਜਿਉ ਬਸੁਧਾ ਕੋ ਖੋਦੈ ਕੋ ਚੰਦਨ ਲੇਪ। ਮਾਨੋ ਉਹਨਾਂ ਦੇ ਹਿਰਦੇ ਤੋਂ ਧਰਤੀ ਵੀ ਧੀਰਜ ਸਿੱਖ ਰਹੀ ਹੈ। ਨਹੀਂ ਸਦੀ ਵਿਦੇਹ ਇਹ ਰਹੈ। ਬਾਕੀ ਹੈ ਗੰਗਾ ਜੀਓ, ਇਹ ਸਰੀਰ ਸਦਾ ਰਹਿਣ ਵਾਲਾ ਨਹੀਂ, ਸਰੀਰ ਹਮੇਸ਼ਾ ਨਹੀਂ ਰਹਿੰਦਾ। ਜਾਂ ਤੇ ਸੁਮਤ ਸਨੇਹ ਨਾ ਗਹੈ। ਇਸ ਕਰਕੇ ਜਿਹੜੇ ਸੁਮਤਵਾਨ ਲੋਕ ਹਨ, ਸਮਝਦਾਰ ਲੋਕ ਹਨ, ਪਾਰ ਬ੍ਰਹਮ ਪਰਮੇਸ਼ਵਰ ਨਾਲ ਜੁੜੇ ਹੋਏ ਹੁੰਦੇ ਹਨ, ਉਹ ਇਸ ਸਰੀਰ ਦਾ ਜ਼ਿਆਦਾ ਮੋਹ ਨਹੀਂ ਕਰਦੇ, ਸਰੀਰ ਨਾਲ ਸਨੇਹ ਨਹੀਂ ਕਰਦੇ। ਦੇਖੋ ਕਿੰਨਾ ਸੋਹਣਾ ਬਚਨ ਆ ਗਿਆ ਇਤਿਹਾਸ ਵਿੱਚ। ਕਈ ਕਹਿ ਦਿੰਦੇ ਨੇ ਬਈ ਮਹਾਰਾਜ ਜੀ ਦੇ ਵੇਲੇ ਬੜੇ ਚਿੱਤਰਕਾਰ ਸਨ, ਸੰਗਤ ਰਾਜ ਸਨ, ਉਹਨਾਂ ਨੇ ਆਪਣੇ ਸਰੀਰ ਦੇ ਚਿੱਤਰ ਕਿਉਂ ਨਹੀਂ ਬਣਵਾਏ? ਇਤਿਹਾਸ ਵਿੱਚ ਇਹ ਬਚਨ ਆ ਗਿਆ, ਮਹਾਰਾਜ ਕਹਿੰਦੇ ਜਿਹੜੇ ਸਿਆਣੇ ਲੋਕ ਹੁੰਦੇ ਨੇ ਉਹ ਸਰੀਰਾਂ ਨਾਲ ਸਨੇਹ ਨਹੀਂ ਕਰਦੇ, ਤੇ ਜਿਹੜਾ ਸਤਿਗੁਰੂ ਆਪ ਸਿਆਣਪ ਦੀ ਇੰਤਹਾ, ਸਮਝਦਾਰੀ ਦਾ ਸਾਗਰ, ਸੁਮਤ ਦੇ ਬੁਲੰਦ ਸੁਮੇਰ ਹਨ, ਉਹ ਕਿਉਂ ਆਪਣੇ ਚਿੱਤਰ ਬਣਵਾਉਣਗੇ? ਉਹਨਾਂ ਨੂੰ ਪਤਾ ਹੈ ਸਰੀਰਾਂ ਨਾਲ ਸਿਆਣੇ ਲੋਕ ਮੋਹ ਕਰਦੇ ਹੀ ਨਹੀਂ। ਇਸ ਤਰ੍ਹਾਂ ਆਖਣ ਲੱਗੇ ਸੁਮਤ ਸਨੇਹ ਜਾਂ ਤੇ ਸੁਮਤ ਸਨੇਹ ਨਾ ਗਹਿ। ਜਿਹੜਾ ਸਿਆਣਾ ਮਨੁੱਖ ਹੁੰਦਾ ਹੈ ਉਹਨੂੰ ਸਰੀਰ ਨਾਲ ਪਕੜ ਨਹੀਂ ਆਉਂਦੀ, ਤੇ ਸੱਚ ਜਾਣਨਾ ਨਿਰੀ ਸਰੀਰ ਨਾਲ ਹੀ ਪਕੜ ਜਕੜ ਨਹੀਂ ਟੁੱਟਦੀ। ਸਰੀਰ ਦੁਆਰਾ ਜੋ ਕੁਝ ਸੰਸਾਰ ਤੋਂ ਪ੍ਰਾਪਤ ਹੋਇਆ ਉਹਦੇ ਨਾਲ ਵੀ ਕੋਈ ਪਕੜ ਜਕੜ ਨਹੀਂ ਹੁੰਦੀ, ਕੋਈ ਜਕੜਿਆ ਹੋਇਆ ਨਹੀਂ ਹੁੰਦਾ, ਕੋਈ ਮੋਹ ਵਿੱਚ ਖਚਤ ਹੋਇਆ ਨਹੀਂ ਹੁੰਦਾ। ਜੋ ਉਪਜੈ ਸੋ ਬਿਨ ਸੰਹਾਰ। ਬਾਕੀ ਹੈ ਗੰਗੇ ਜੋ ਸੰਸਾਰ ਤੇ ਪੈਦਾ ਹੋਇਆ, ਉਸਨੇ ਸਮਾਂ ਪਾ ਕੇ, ਭਾਵੇਂ ਸਰੀਰ ਹੈ ਭਾਵੇਂ ਸਾਜੋ ਸਮਾਨ ਹੈ, ਪਦਾਰਥ ਨੇ, ਤੇ ਗਿਆਨ ਵੀ ਹੈ, ਗਿਆਨ ਵੀ ਇੱਕ ਪਦਾਰਥ ਹੀ ਹੈ, ਇਹ ਵੀ ਸਮੇਂ ਨਾਲ ਖਤਮ ਹੋ ਜਾਂਦਾ ਹੈ। ਜੋ ਉੱਚੋ ਸੋ ਗਿਰਨਿਹਾਰ। ਭਾਵੇਂ ਬੜਾ ਉੱਚਾ ਪਰਬਤ ਹੋਵੇ, ਇੱਕ ਦਿਨ ਧਰਾਸ਼ਾਹੀ ਹੋ ਜਾਂਦਾ ਹੈ। ਹੀ ਸਨਾਤਨ ਦੇਹਨ ਧਰਮ। ਪੁਰਾਣੇ ਸਮੇਂ ਤੋਂ ਸਰੀਰਾਂ ਦਾ ਧਰਮ ਇਹ ਹੀ ਹੈ, ਭਾਵ ਸਰੀਰ ਮਰਨ ਧਰਮਾ, ਸਰੀਰ ਸਦਾ ਨਹੀਂ ਰਹਿੰਦਾ। ਇਸਮੈ ਪ੍ਰੇਮ ਮਹਾ ਉਰ ਭਰਮ। ਤੇ ਸਰੀਰ ਨਾਲ ਲਗਾਵ ਉਹ ਹੀ ਰੱਖਦੇ ਨੇ, ਸਰੀਰ ਨਾਲ ਉਹੀ ਆਪਣੀ ਪਕੜ ਜਕੜ ਰੱਖਦੇ ਨੇ ਜਿਨ੍ਹਾਂ ਦੇ ਮਨ ਵਿੱਚ ਵੱਡਾ ਭਰਮ ਆਉਂਦਾ ਹੈ ਬਈ ਸਰੀਰ ਸਦਾ ਰਹਿਣਾ, ਬਾਕੀ ਮਰਦੇ ਨੇ, ਮੈਂ ਨਹੀਂ ਮਰਨਾ। ਅਸਲੀਅਤ ਇਹ ਹੈ ਇੱਕ ਪਲ ਦਾ ਵੀ ਪਤਾ ਨਹੀਂ। ਹਮ ਆਦਮੀ ਹਾਂ ਇੱਕ ਦਮੀ ਮੋਹਲਤ ਮੋਹਤ ਨ ਜਾਣਾ। ਪਤਾ ਨਹੀਂ ਕਦੋਂ ਸਰੀਰ ਚਲਾ ਜਾਏਗਾ। ਬੜੀ ਹੈਰਾਨਗੀ ਨਾਲ ਲੋਕੀ ਜ਼ਿਕਰ ਕਰਦੇ ਨੇ ਭਈ ਹੁਣੇ ਹੀ ਤਾਂ ਗੱਲਾਂ ਕਰ ਰਿਹਾ ਸੀ, ਹੁਣੇ ਹੀ ਤਾਂ ਮਿਲ ਕੇ ਗਿਆ, ਹੁਣੇ ਹੀ ਤਾਂ ਦੁਕਾਨ ਤੋਂ ਆਇਆ, ਹੁਣੇ ਹੀ ਤਾਂ ਭੋਜਨ ਕੀਤਾ, ਉਸ ਨੂੰ ਇੱਕਦਮ ਕੀ ਹੋ ਗਿਆ? ਦਰਅਸਲ ਜਿਵੇਂ ਕਰਤਾਰ ਨੇ ਲਿਖਿਆ ਹੈ, ਪਰ ਸਿਆਣੇ ਲੋਕ ਸਰੀਰ ਨਾਲ ਮੋਹ ਨਹੀਂ ਕਰਦੇ।
महाराज जी ने श्री केसगढ़ साहब आवाज़ दी, आख्या एक सिर की लोड़ है। उन्होंने जो सियाणे सब तो पहला नितरे भाई साहब भाई दया सिंह जी, प्यारे भाई दया सिंह। उन्होंने पता सी भी शरीर तो मरण धर्मा है, अज नहीं तो कल इसने जाना ही है। तो कितना चंगा हो जाए जे कच्चे भांडे की भेंट सतगुरु प्रवान कर लैन। झटपट आके गया, साहिबा सिर तो है ही थोड़े चरणों में भेंट किया होया, असी तो सिर रखिया ही नहीं है, असी तो थोड़े चरणों च रखिया, हुणे ही लै लो, जदों मर्जी लै लो। फिर इस तरह सियाणे होर चार आए, भाई धर्म सिंह जी प्यारे, भाई हिम्मत सिंह जी प्यारे, भाई मोहकम सिंह जी ते प्यारे भाई साहिब सिंह। लोकी इतिहास नूं देखदिआं कहंदे ने बई बाबा दीप सिंह जी दा सीस शहीदां दे अस्थान ते भेंट होया दरबार साहब, पर कौन दसे उन्होंने तो सिर उसे दिन ही भेंट कर दिता जिस दिन महाराज के चरणों च आए सन। बाबा बंदा सिंह जी बहादुर, भाई साहब भाई मनी सिंह जी, इन्होंने तो सिर पहले ही भेंट कर दिता। ऐसा सतगुर जे मिले तिसनो सिर सौंपीए, विचों आप जाए। उन्होंने मन च भरम ही नहीं आता भी शरीर रहेगा मैं बचिया रवांगा। दिन परत सब परिणाम को पावे, दिन रात परिणाम सामने दिखाई पैंदा है भी जो उपजो सो बिनस है, पर आज कै काल नानक हर गुण गाए ले छाड़ सगल जंजाल। बंधना छड़ के जो मन नूं बंधन पे होए उन्हें सारियां तो पासे हो ते नाम नाल जुड़। हाँ जी, प्रथम सम्मान स्थिर न रहावे, कुछ भी संसार ते आके पहलां दी तरह नहीं रहिंदा, हर रोज बदलाव होंदा रहिंदा। दिन रब चले निस सस चले, सारा संसार चलदा पिया। कोई रहिंदा होया तो दिखाई ही नहीं पैंदा, बदलदा रहिंदा। कटंत रूपं कटंत दीपं, कटंत रव ससियर नक्षत्र गगनं। श्लोक सहस्कृति महला पंजवा, गुरु अर्जन देव जी दे अमृत लबरेज बोल। सब कुछ घटदा जा रहा है, बदलदा जा रहा है, तो फिर जो घटदा जाए वो खत्म हो जाता है। साडा शरीर एक एक श्वास करके घटदा पिया। सिन सिन औद बिहात है, फूटे घट ज्यों पानी। महाराज जी दे बोल ने, जे तैनूं समझ है तो इस गल नूं समझ लै, चेतना है तो चेत लै निस दिन में प्राणी। सिन सिन औद बिहात है, फूटे घट ज्यों पानी। पर लोगों नूं विरलियां नूं ही समझ आउंदी है, बाकी तो मैं अर्ज करा शरीर कमज़ोर हो गया तो फिर भी सोचते ने जवान ही दिखाई पावां, तो होर कुछ नहीं तो बाज़ारों काला रंग ला के ही जवान बन जाओ। शरीर जा रहा है, समझ आ जाए तो परमात्मा की मेहर समझ आ जाए। जिन्होंने अपना अंत दिखाई पै जाए ना, उन्होंने बेअंत दिखाई पै जाता है। काल दिखाई पै जाए तो अकाल नाल संबंध जुड़ जाता। इसलिए बहुत वड्डे अनंत जन्मां दे पापी मन का भी इलाज ये है, उन्होंने काल दिखाई पै जाए। इसीलिए सप्त ऋषियां ने वाल्मीक नूं कहा सी बई ये क्या कर, मैं मरां मेरी मौत हो रही है। तो मरां हौली हौली राम विच परिवर्तित हो गया तो राम रूप हो गया।
ਅਕਾਲ ਰੂਪ ਹੋ ਗਏ। ਕਾਲ ਨੂੰ ਚੇਤੇ ਕਰਦਿਆਂ ਹੀ ਮਨੁੱਖ ਅਕਾਲ ਦੇ ਨੇੜੇ ਹੋ ਜਾਂਦਾ ਹੈ, ਅਤੇ ਕਾਲ ਨੂੰ ਭੁਲਾ ਕੇ ਮਨੁੱਖ ਅਕਾਲ ਪੁਰਖ ਤੋਂ ਦੂਰ ਹੋ ਜਾਂਦਾ। ਇਸ ਲਈ ਸਾਹਿਬ ਕਹਿਣ ਲੱਗੇ ਵੀ ਇਹ ਤਾਂ ਪ੍ਰਮਾਣ ਰੋਜ਼ ਨੇ ਬਈ ਕੁਛ ਵੀ ਪਹਿਲਾਂ ਦੀ ਤਰ੍ਹਾਂ ਨਹੀਂ ਰਹਿੰਦਾ, ਬਦਲ ਜਾਂਦਾ ਹੈ। ਬਾਲਕ ਤੇ ਹੋਵੇ ਸੁਕੁਮਾਰ। ਪਹਿਲਾਂ ਛੋਟਾ ਬਾਲਕ ਖਿਲੇ ਹੋਏ, ਅੱਧ ਖਿਲੇ ਹੋਏ ਸੋਹਣੇ ਗੁਲਾਬ ਦੇ ਫੁੱਲ ਵਰਗਾ ਹੁੰਦਾ, ਫਿਰ ਉਹ ਸਰੀਰ ਬਦਲਦਾ ਜਾਂਦਾ ਹੈ, ਰੰਗ ਰੂਪ ਬਦਲਦਾ ਜਾਂਦਾ ਹੈ। ਜੇ ਤੁਹਾਡੇ ਕੋਲ ਕਿਧਰੇ ਕਿਸੇ ਦੇ ਬਚਪਨ ਦਾ ਕੋਈ ਚਿੱਤਰ ਹੋਵੇ, ਦੇਖ ਲੈਣਾ, ਹੁਣ ਨਹੀਂ ਮਿਲਦਾ। ਨੈਣ ਨਕਸ਼ ਬਦਲ ਜਾਂਦੇ ਨੇ, ਬੰਦੇ ਦਾ ਚਿਹਰਾ, ਮੋਹਰਾ, ਹਾਵ ਭਾਵ ਬਦਲ ਜਾਂਦੇ। ਅਤੇ ਫਿਰ ਬੱਚੇ ਤੋਂ ਇਹ ਸਰੀਰ ਜਵਾਨ ਸੁਕੁਮਾਰ ਕੁਮਾਰ ਦਿਖਾਈ ਪੈਣ ਲੱਗ ਪੈਂਦਾ ਹੈ। ਤਰੁਨ ਹੋਤ ਪੁਨ ਬਿਰਧਤਾ ਧਾਰ। ਫਿਰ ਜਵਾਨ ਹੋ ਜਾਂਦਾ ਹੈ ਅਤੇ ਫਿਰ ਹੌਲੀ ਹੌਲੀ ਬੁੱਢਾ ਹੋ ਜਾਂਦਾ। ਪਹਿਲੇ ਵੱਡੀਆਂ ਵੱਡੀਆਂ ਉੱਚੀਆਂ ਥਾਵਾਂ ਤੋਂ ਛਲਾਂਗਾਂ ਲਗਾ ਲੈਂਦਾ, ਦੌੜ ਕੇ ਚੜ੍ਹ ਜਾਂਦਾ। ਜਵਾਨੀ ਦੀ ਅਵਸਥਾ ਹੁੰਦੀ ਹੈ, ਫਿਰ ਬੁਢਾਪਾ ਆ ਜਾਂਦਾ ਹੈ। ਬਾਬਾ ਫਰੀਦ ਕਹਿੰਦੇ ਨੇ ਬੜੇ ਉੱਚੇ ਨੀਵੇਂ ਥਾਂ, ਥਲ ਡੂਗਰ, ਇਹਨਾਂ ਜੰਗਾਂ ਨਾਲ ਮੈਂ ਫਿਰ ਤੁਰ ਕੇ ਆਇਆ। ਉੱਚੀਆਂ ਪਹਾੜੀਆਂ 'ਤੇ ਵੀ ਚੜ੍ਹਿਆ, ਨੀਵੀਆਂ ਖਾਈਆਂ 'ਚ ਵੀ ਗਿਆ, ਦਰਿਆ ਵੀ ਪਾਰ ਕੀਤੇ, ਬੜਾ ਸਫ਼ਰ ਵੀ ਕੀਤਾ ਅਤੇ ਕਦੀ ਥਕਾਵਟ ਵੀ ਮਹਿਸੂਸ ਨਹੀਂ ਕੀਤੀ। ਇੰਨੀ ਨਿੱਕੀ ਜੰਗੀਅਮ ਥਲ ਡੂਗਰ ਭਵੇ ਓਮ। ਪਰ ਅੱਜ ਸਰੀਰ ਇਤਨਾ ਜ਼ਰ ਹੋ ਗਿਆ, ਪੁਰਾਣਾ ਹੋ ਗਿਆ, ਬੁੱਢਾ ਹੋ ਗਿਆ। ਅੱਜ ਫਰੀਦੇ ਕੁਜੜਾ ਸਹਿ ਸਹਿ ਕੋਹਾਂ ਥੀ ਓਮ। ਐ ਸ਼ਹਿਦ ਵਾਲਾ ਕੁੱਜਾ ਜਾਂ ਪਾਣੀ ਵਾਲਾ ਕੁੱਜਾ ਇਹ ਲਾਗੇ ਹੀ ਪਿਆ ਹੈ, ਪਰ ਮੈਂ ਕਿਸੇ ਦੀ ਮਦਦ ਤੋਂ ਬਿਨਾਂ ਇੱਕ ਘੁੱਟ ਭਰ ਵੀ ਨਹੀਂ ਸਕਦਾ। ਇੰਝ ਲੱਗਦਾ ਜਿਵੇਂ ਇੰਨਾ ਕੀ ਸਫ਼ਰ ਸੈਂਕੜੇ ਕੋਹਾਂ ਦੇ ਬਰਾਬਰ ਹੋਵੇ, ਕਿਉਂਕਿ ਸਰੀਰ ਇੱਕੋ ਜਿਹਾ ਨਹੀਂ ਰਹਿੰਦਾ, ਇਹ ਬਦਲਦਾ ਰਹਿੰਦਾ ਹੈ। ਜਵਾਨ ਹੁੰਦਾ ਫਿਰ ਬੁਢਾਪਾ ਧਾਰਨ ਕਰ ਲੈਂਦਾ ਹੈ। ਚਰਾਗਰ ਸੇ ਤਬ ਜੀਰਣ ਹੋ। ਸਾਹਿਬ ਮਾਤ ਗੰਗਾ ਜੀਆਂ ਨੂੰ ਮੁਖਾਤਬ ਹੋ ਕੇ ਕਹਿ ਰਹੇ ਨੇ ਬਈ ਬੁਢਾਪਾ ਗ੍ਰਸ ਲੈਂਦਾ ਹੈ। ਵਾਕਈ ਗ੍ਰਸਣ ਦਾ ਮਤਲਬ ਹੈ ਚੰਗੀ ਤਰ੍ਹਾਂ ਇਹਨੇ ਪਕੜ ਲਿਆ। ਇਤਨਾ ਵੱਡਾ ਰੋਗ ਹੋਰ ਕੋਈ ਨਹੀਂ ਹੈ ਜਿਤਨਾ ਵੱਡਾ ਰੋਗ ਬੁਢਾਪਾ ਹੈ। ਇਹ ਆ ਜਾਂਦਾ ਫਿਰ ਜਾਂਦਾ ਨਹੀਂ। ਬਾਕੀ ਤੇ ਮਾਮੂਲੀ ਰੋਗ ਨੇ, ਇਹਦੇ ਸਾਹਮਣੇ ਬੁਖਾਰ ਚੜ੍ਹਿਆ ਫਿਰ ਲੱਥ ਗਿਆ, ਸਿਰ ਦੁਖਿਆ ਫਿਰ ਠੀਕ ਹੋ ਗਿਆ, ਪੇਟ ਖਰਾਬ ਹੋਇਆ ਠੀਕ ਹੋ ਗਿਆ। ਇਲਾਜ ਸਾਰੀਆਂ ਹੀ ਬਿਮਾਰੀਆਂ ਦਾ, ਵੱਡੀਆਂ ਵੱਡੀਆਂ ਦਾ ਹੋ ਜਾਂਦਾ ਕੁਝ ਕੁ ਨੂੰ ਛੱਡ ਕੇ, ਪਰ ਇਹ ਬੁਢਾਪਾ ਤੇ ਇਹੋ ਜਿਹਾ ਇਹਦਾ ਇਲਾਜ ਹੀ ਕੋਈ ਨਹੀਂ, ਜੋ ਮਰਜ਼ੀ ਕਰ ਲਓ। ਇੱਕ ਬਹੁਤ ਵੱਡਾ ਹਕੀਮ ਹੋਇਆ ਲੁਕਮਾਨ, ਉਹਦੇ ਕੋਲ ਇੱਕ ਬੰਦਾ ਆ ਗਿਆ, ਆਖਣ ਲੱਗਾ ਹਕੀਮ ਜੀ ਤੁਸੀਂ ਬੜਿਆਂ ਲੋਕਾਂ ਦਾ ਇਲਾਜ ਕੀਤਾ, ਮੇਰੇ ਗੋਡੇ ਬਹੁਤ ਦੁਖਦੇ ਨੇ, ਇਹਨਾਂ ਦਾ ਇਲਾਜ ਕਰ ਦਿਓ। ਉਹਨਾਂ ਸਾਰਾ ਗੋਡਿਆਂ ਨੂੰ ਪਕੜ ਕੇ ਟੋਹ ਕੇ ਦੇਖਿਆ ਅਤੇ ਕਿਹਾ ਬਜ਼ੁਰਗਾ ਇਹ ਗੋਡਿਆਂ ਦੀ ਦਰਦ ਮੈਂ ਠੀਕ ਨਹੀਂ ਕਰ ਸਕਣੀ, ਇਹਦਾ ਕਾਰਨ ਕੋਈ ਹੋਰ ਨਹੀਂ, ਇਹਦਾ ਕਾਰਨ ਬੁਢਾਪਾ, ਇਹ ਨਹੀਂ ਠੀਕ ਹੋਣਾ। ਆਖਿਆ ਫਿਰ ਮੇਰੀ ਇਹ ਮੋਹਰਾਂ ਗਰਦਨ ਵੀ ਬੜੀ ਦੁਖਦੀ ਹੈ, ਚੱਲ ਤੂੰ ਇਹਦਾ ਇਲਾਜ ਕਰ ਦੇ। ਉਹ ਕਹਿਣ ਲੱਗਾ ਫਿਰ ਕਿਹਾ ਬਜ਼ੁਰਗਾ ਮੈਨੂੰ ਤੇਰੇ ਨਾਲ ਬੜੀ ਹਮਦਰਦੀ ਹੈ, ਔਸ਼ਧੀਆਂ ਮੇਰੇ ਕੋਲ ਬਹੁਤ ਨੇ, ਤਰ੍ਹਾਂ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਦਾ ਮੈਂ ਇਲਾਜ ਕਰ ਸਕਦਾ, ਨੁਸਖੇ ਨੇ, ਪਰ ਇਸ ਦਰਦ ਦਾ ਇਲਾਜ ਨਹੀਂ, ਇਹਦਾ ਕਾਰਨ ਬੁਢਾਪਾ ਹੈ। ਉਸਨੇ ਲੰਬਾ ਹੌਕਾ ਭਰਿਆ, ਕਿਹਾ ਅੱਛਾ ਮੇਰੀਆਂ ਤੇ ਅੱਖਾਂ 'ਚੋਂ ਵੀ ਪਾਣੀ ਵਗਦਾ, ਇਹਦਾ ਹੀ ਕੋਈ ਇਲਾਜ ਕਰ। ਉਸਨੇ ਫਿਰ ਕਿਹਾ ਬਈ ਮੈਂ ਮਾਫੀ ਮੰਗਦਾ, ਇਹਦਾ ਇਲਾਜ ਮੇਰੇ ਕੋਲੋਂ ਨਹੀਂ ਹੋਣਾ, ਇਹਦਾ ਕਾਰਨ ਵੀ ਬੁਢਾਪਾ।
ਇਸ ਤਰ੍ਹਾਂ ਦੋ ਚਾਰ ਚੀਜ਼ਾਂ ਉਹਨੇ ਹੋਰ ਕਹੀਆਂ ਤੇ ਇੱਕੋ ਹੀ ਜਵਾਬ, ਇਹਦਾ ਕਾਰਨ ਬੁਢਾਪਾ ਹੈ। ਉਸਨੇ ਖੁੰਡੀ ਚੁੱਕ ਲਈ ਤੇ ਗਾਲਾਂ ਸ਼ੁਰੂ ਹੋ ਗਿਆ, ਤੈਨੂੰ ਵੈਦ ਕਿਹਨੇ ਬਣਾਇਆ, ਤੈਨੂੰ ਹਕੀਮ ਕਿਹਨੇ ਬਣਾਇਆ। ਤੇ ਉਸਨੇ ਫੇਰ ਬੜੀ ਧੀਰਜ ਨਾਲ ਹੱਥ ਜੋੜ ਕੇ ਕਿਹਾ, ਬਾਬਾ ਆ ਜਿਹੜਾ ਤੂੰ ਗੁੱਸਾ ਕਰਦਾ ਇਹਦਾ ਕਾਰਨ ਵੀ ਬੁਢਾਪਾ ਹੀ, ਇਹ ਬਿਮਾਰੀ ਐਸੀ, ਇਲਾਜ ਹੀ ਕੋਈ ਨਹੀਂ। ਐਸੀ ਵੇਦਨ ਉਪਜ ਖਰੀ ਪਈ, ਵਾਕਾ ਔਖਦ ਨਾਹੀ, ਇਹਦਾ ਕੋਈ ਇਲਾਜ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਇਸ ਤਰ੍ਹਾਂ ਕਹਿ ਰਹੇ ਹਨ, ਬਹੁਰੋ ਅੰਤ ਸਮੇਂ ਮੈਂ ਸੋਏ। ਮੁੜ ਕੇ ਫਿਰ ਅਖੀਰ ਸਮੇਂ ਤੇ ਰੋ ਪਿਛੇ ਕੁਛ ਸੋਕ ਨ ਮਾਨੋ। ਸਾਡਾ ਸਰੀਰ ਚਲਾ ਜਾਏ, ਤੁਸੀਂ ਆਨੰਦ ਵਿੱਚ ਰਹਿਣਾ ਤੇ ਕੋਈ ਸੋਗ ਕਾ ਕੁਲ ਅਵਸਥਾ ਨਾ ਆਉਣ ਦੇਣੀ, ਸੋਗ ਨਾ ਕਰਨਾ। ਦੇਹ ਆਪ ਤੇ ਤਜਨ ਨਾ ਠਾਨੋ। ਇਹ ਵੀ ਨਾ ਹੋਵੇ ਵੀ ਸਾਡੇ ਜਾਣ ਤੋਂ ਬਾਅਦ ਤੁਸੀਂ ਆਪਣਾ ਸਰੀਰ ਆਪ ਹੀ ਤਿਆਗ ਦੇਵੋ, ਇਹ ਕੰਮ ਵੀ ਨਹੀਂ ਕਰ। ਗੁਰਮਤਿ ਵਿੱਚ ਇਸ ਕੰਮ ਦੀ ਮਮਾਨੀਅਤ ਹੈ ਤੇ ਬਹੁਤ ਵੱਡਾ ਪਾਪ ਹੈ। ਕੋਈ ਆਪਣਾ ਸਰੀਰ ਆਪ ਹੀ ਛੱਡ ਦੇਵੇ, ਇਹ ਪਾਪ ਹੈਗਾ। ਜਿਹੜੇ ਕਹਿੰਦੇ ਨੇ ਨਾ ਵੀ ਮਾਤ ਸ੍ਰੀ ਗੁਜਰੀ ਸਾਹਿਬਾ ਜੀ ਨੇ ਠੰਡੇ ਬੁਰਦ ਵਿੱਚ ਆਪੇ ਹੀ ਸਰੀਰ ਤਿਆਗ ਦਿੱਤਾ, ਨਹੀਂ, ਉਹਨਾਂ ਨੂੰ ਠੰਡ ਵਿੱਚ ਸ਼ਹੀਦ ਕੀਤਾ ਗਿਆ। ਆਪਣੇ ਆਪ ਸਰੀਰ ਨਹੀਂ ਤਿਆਗਣਾ, ਸੋਕਾ ਕੁਲ ਹੋ ਕੇ ਸਰੀਰ ਨਹੀਂ ਤਿਆਗਣਾ। ਇਸ ਤਰ੍ਹਾਂ ਸਾਹਿਬ ਆਖਣ ਲੱਗੇ ਸ੍ਰੀ ਮਾਤ ਗੰਗਾ ਜੀਆਂ ਨੂੰ, ਪੁੱਤਰ ਸੁਪੌਤਰਨ ਕੇ ਸੁਖ ਦੇਖ। ਤੁਸੀਂ ਆਪਣੇ ਸੁਪੁੱਤਰ ਦੇ, ਆਪਣੇ ਪੋਤਰਿਆਂ ਦੇ ਸਾਰੇ ਸੁਖ ਦੇਖਣੇ ਹਨ। ਸਾਦੀ ਕਰੋ ਆਨੰਦ ਵਿਸੇਖ। ਤੇ ਸਭ ਉਹਨਾਂ ਦੇ ਆਨੰਦ ਕਾਰਜ ਤੇ ਬਹੁਤ ਵਿਸ਼ੇਸ਼ ਤਰ੍ਹਾਂ ਸਾਰੀਆਂ ਖੁਸ਼ੀਆਂ ਕਰਨਾ। ਅੰਤ ਸਮਾ ਹੋਏ ਪ੍ਰਾਪਤ ਜਬ। ਜਦੋਂ ਆਖੀਰ ਸਮਾਂ ਪ੍ਰਭੂ ਵੱਲੋਂ ਆ ਜਾਵੇ, ਹਮ ਸੋ ਮਿਲੇ ਆਨ ਤੂੰ ਤਬੈ। ਉਸ ਵੇਲੇ ਸਰੀਰ ਛੱਡ ਕੇ ਸਾਡੇ ਨਾਲ ਆ ਮਿਲਣਾ, ਫਿਰ ਸਾਡਾ ਮੇਲ ਹੋ ਜਾਏਗਾ। ਗੰਗਾ ਸੁਨੀ ਅਚਾਨਕ ਬਾਤੀ। ਜਦੋਂ ਧੰਨ ਧੰਨ ਮਾਤ ਗੰਗਾ ਜੀਆਂ ਨੇ ਅਚਾਨਕ ਇਹ ਬਚਨ ਸੁਣੇ ਨਾ ਸਾਹਿਬ ਜੀ ਕੋਲ, ਇਹ ਤਾਂ ਉਹਨਾਂ ਨੂੰ ਪੂਰਾ ਪਤਾ ਹੈ ਵੀ ਜੋ ਕਹਿੰਦੇ ਨੇ ਉਹ ਹੁੰਦਾ ਹੈ, ਤੇ ਜੋ ਹੁੰਦਾ ਹੈ ਉਹੀ ਇਹ ਕਹਿੰਦੇ। ਜਦੋਂ ਅਚਾਨਕ ਇਹ ਬਚਨ ਸੁਣੇ ਤਾਂ ਕਮਲ ਬਿਲੋਚਨ ਅਸਰੂਪ ਪਾਤੀ। ਉਹਨਾਂ ਦੇ ਕਮਲ ਸਮਾਨ ਨੇਤਰ ਕਮਲਾਂ ਵਿੱਚੋਂ ਹੰਝੂ ਡਿੱਗਣ ਲੱਗ ਪਏ। ਇਹ ਕਿਮ ਕਹੀ ਆਪਨੇ ਬਾਣੀ। ਚਰਨ ਪਕੜ ਲਏ ਸੱਚੇ ਪਾਤਸ਼ਾਹ, ਇਹ ਬੋਲ ਆਪ ਕੀ ਆਖ ਰਹੇ ਹੋ? ਤੀਖਨ ਤਪਤ ਨਰਾਚੋ ਸਮਾਨੀ। ਇਹ ਤੁਹਾਡੇ ਬੋਲ ਤਾਂ ਮੇਰੇ ਹਿਰਦੇ ਨੂੰ ਤਿੱਖੇ ਨਰਾਚ ਤੀਰ ਦੀ ਤਰ੍ਹਾਂ ਲੱਗ ਰਹੇ ਹਨ। ਸੁਰਤ ਦਰ ਪਰਵਸ ਰਿਦਾ ਮੰਬੇਧਾ। ਇਹ ਜਿਹੜਾ ਨਰਾਜ ਤੀਰ ਹੈ ਨਾ, ਇਹ ਸਾਰਾ ਲੋਹੇ ਦੀ ਡੰਡੀ ਇਹਦੀ ਹੁੰਦੀ ਹੈ, ਪੂਰਾ ਤੀਰ ਲੋਹੇ ਦਾ ਹੁੰਦਾ ਤੇ ਇਸ ਦੇ ਬਾਗੜ ਵਿੱਚ 5 ਪਰ ਲੱਗੇ ਹੁੰਦੇ ਨੇ। ਇਹ ਜੋ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 4 ਪਾਵਨ ਪਵਿੱਤਰ ਤੀਰ ਇਸ ਤਖਤ ਸਾਹਿਬ ਵਿਖੇ, ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਮੌਜੂਦ ਨੇ। ਇਹ ਇਹਨਾਂ ਦੀ ਸ਼੍ਰੇਣੀ ਨਰਾਚ ਹੈਗੀ। ਇਸੇ ਤਰ੍ਹਾਂ ਬਾਣ, ਤੀਰ, ਖੱਪਰੇ ਵੱਖ-ਵੱਖ, ਇਹਨਾਂ ਦੀ ਸ਼ਕਲ, ਇਹਨਾਂ ਦਾ ਢੰਗ ਤਰੀਕਾ। ਇਹ ਜੋ ਨਰਾਚ ਹੈ, ਇਹ ਬਹੁਤ ਬਲਸ਼ਾਲੀ ਮਨੁੱਖ, ਸੂਰਮਾ ਇਹਨਾਂ ਨੂੰ ਚਲਾ ਸਕਦਾ ਹੈ, ਤੇ ਜਿਹਨੂੰ ਵੱਜਦਾ ਉਹ ਬਚਦਾ ਕੋਈ ਨਹੀਂ। ਭਾਰਾ ਹੁੰਦਾ, ਹਰ ਕੋਈ ਚਲਾ ਵੀ ਨਹੀਂ ਸਕਦਾ। ਤੇ ਸ੍ਰੀ ਮਾਤ ਗੰਗਾ ਜੀ ਕਹਿਣ ਲੱਗੇ, ਤੁਹਾਡੇ ਬਚਨ ਨਰਾਜ ਤੀਰ ਵਰਗੇ ਹਨ ਤੇ ਮੇਰੇ ਸਰਵਣਾਂ ਦੇ ਵਿੱਚ ਵੱਜ ਕੇ ਤੇ ਸਰਵਣਾਂ ਰਾਹੀਂ ਮੈਂ ਸੁਣੇ ਨੇ, ਇਹ ਮੇਰੇ ਹਿਰਦੇ ਨੂੰ ਬੇਦਨ ਕਰ ਗਏ ਹਨ। ਅਸ ਉਪਦੇਸਤ ਹੋ ਅਸਮੇਧਾ। ਤੇ ਇਹ ਸਾਰੇ ਸੰਸਾਰ ਦੀ ਰਖਵਾਲੀ ਕਰਨ ਵਾਲੇ ਮਾਲਕ ਸਤਿਗੁਰੂ ਗੁਰਪਤੀ ਦੇਵ ਜੀਓ, ਇਹ ਬਚਨ ਕਿਉਂ ਆਪ ਕਹਿ ਰਹੇ ਹੋ? ਧੀਰਜ ਤਰਨ ਬਖਾਨਤ ਆਪ। ਆਪ ਤਾਂ ਧੀਰਜ ਹੋ, ਧਰਨੀ ਦੀ ਧੀਰਜ ਵਰਗੇ।
ਆਪ ਜੋ ਸ਼ੁਭ ਬਚਨ ਕਹਿੰਦੇ ਹੋ, ਜਿਸ ਤੇ ਇਸ ਜੁਤ ਆਨੰਦ ਖਾਪ। ਪਰ ਹੁਣ ਤੁਸੀਂ ਜੋ ਬਚਨ ਆਖੇ ਨੇ ਇਹਨਾਂ ਨਾਲ ਤੇ ਸਾਡਾ ਆਨੰਦ ਹੀ ਮੁੱਕ ਗਿਆ। ਭਾਵ ਧੀਰਜ ਜਾ ਰਹੀ ਹੈ। ਸਭ ਸੰਗਤ ਕੇ ਸਹਿਤ ਕੁਟੰਬ। ਇਹ ਤੁਹਾਡੇ ਬੋਲ ਸਾਰੀ ਸੰਗਤ ਨੂੰ ਪਰਿਵਾਰ ਸਮੇਤ ਕਰਨ ਸਰੇਨ ਕੋ ਆਪ ਅਲੰਬ। ਇਹਦਾ ਭਾਵ ਤਾਂ ਇਹ ਹੈ ਵੀ ਤੁਸੀਂ ਸਾਨੂੰ ਸਾਰਿਆਂ ਨੂੰ ਜਿਹੜਾ ਹੈ ਆਸਰਾ ਸਾਡਾ ਖੋਣ ਲੱਗੇ ਹੋ। ਸ੍ਰੀ ਹਰ ਗੋਬਿੰਦ ਬਾਲਕ ਬੈਸਾ। ਤੇ ਬਾਲਕ ਉਮਰ ਵਿੱਚ ਹਨ ਤੁਹਾਡੇ ਸਾਹਿਬਜ਼ਾਦਾ ਸ੍ਰੀ ਹਰਗੋਬਿੰਦ ਜੀ। ਆਪ ਜਨਾਵਤ ਕਾਰਜ ਕੈਸਾ। ਆਪ ਇਹ ਕਿਹੜਾ ਕੰਮ ਦੱਸ ਰਹੇ ਹੋ? ਸਤਰੂਗਨ ਸਭ ਰਚਤੂ ਪਾਇਆ। ਜਿਹੜਾ ਇਹ ਤੁਹਾਡੇ ਬੋਲ ਹਨ ਇਹ ਤਾਂ ਇੰਝ ਲੱਗਦਾ ਹੈ ਵੀ ਜਿਵੇਂ ਕੋਈ ਸ਼ਤਰੂ ਨੇ ਕੋਈ ਉਪਾਅ ਸਾਡੇ ਆਨੰਦ ਨੂੰ ਨਾਸ਼ ਕਰਨ ਦਾ ਬਣਾਇਆ ਹੋਵੇ। ਨੀਠ ਨੀਠ ਨਿਜ ਨੰਦ ਬਚਾਇਆ। ਸ਼ਤਰੂ ਬਣ ਕੇ ਜਿਹੜੇ ਕਾਰਨਾਮੇ ਕੀਤੇ ਤੁਹਾਡੇ ਭਰਾਤਾ ਪ੍ਰਿਥੀ ਚੰਦ ਨੇ ਸ੍ਰੀ ਹਰਗੋਬਿੰਦ ਜੀ ਨੂੰ ਮਾਰਨਾ ਚਾਹਿਆ, ਪਰਿਵਾਰ ਨੂੰ ਮਾਰਨਾ ਚਾਹਿਆ। ਉਹਦੇ ਚੋਂ ਹੌਲੀ ਹੌਲੀ ਆਪ ਜੀ ਦੇ ਬਚਨਾਂ ਨੇ, ਆਪ ਜੀ ਦੀ ਕਿਰਪਾ ਨੇ ਸਾਡੀ ਰਾਖੀ ਕਰ ਲਈ, ਬਚਾ ਲਿਆ। ਤੁਮ ਸਮਰਥ ਹੋ ਨਿਤ ਸਭ ਭਾਂਤੀ। ਆਪ ਤਾਂ ਹਰ ਰੋਜ਼ ਹਰ ਤਰ੍ਹਾਂ ਨਾਲ ਸਮਰੱਥ ਹੋ। ਕੌਣ ਆਸਰੋ ਗਹਿ ਪਸਚਾਤੀ। ਤੇ ਸਾਡਾ ਸਾਹਿਬਜ਼ਾਦਾ ਭਾਵ ਸ੍ਰੀ ਹਰਗੋਬਿੰਦ ਜੀ ਕਿਹੜੇ ਆਸਰੇ ਨਾਲ ਤੁਹਾਡੇ ਪਿੱਛੋਂ ਰਹਿਣਗੇ। ਸ੍ਰੀ ਅਰਜਨ ਜੀ ਪੁਨਹ ਬਖਾਨੀ। ਸਾਹਿਬ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਬਾਰੇ ਜਦ ਮਾਤ ਜੀਆਂ ਨੇ ਬੋਲ ਆਖੇ, ਮਮਤਾ ਭਰੇ ਬੋਲ ਹਨ, ਹੋਰ ਕੋਈ ਗੱਲ ਨਹੀਂ। ਬ੍ਰਹਮ ਗਿਆਨ ਦਾ ਸਾਗਰ ਉਹਨਾਂ ਦਾ ਹਿਰਦਾ ਹੈ, ਅਗਿਆਨਤਾ ਦੀ ਮੋਹ ਦੀ ਕੋਈ ਗੱਲ ਨਹੀਂ। ਇਹ ਮਮਤਾ ਹੈ। ਬੰਧਨ ਮੁਕਤ ਸੰਤੋ ਮੇਰੀ ਰਾਖੈ ਮਮਤਾ। ਮਮਤਾ ਭਰੇ ਜਦ ਬੋਲ ਆਖੇ ਤਾਂ ਸਾਹਿਬ ਜੀਆਂ ਨੇ ਫਿਰ ਫਰਮਾਇਆ, ਅਸ ਚਿੰਤਾ ਕਿਮ ਚਿਤ ਮੈਂ ਠਾਨੀ। ਆਖਣ ਲੱਗੇ ਗੁਰੂ ਅਰਜਨ ਦੇਵ ਮਹਾਰਾਜ, ਹੈ ਗੰਗੇ ਚਿੰਤਾ ਤੁਸੀਂ ਕਿਉਂ ਮਨ ਵਿੱਚ ਲਿਆ ਰਹੇ ਹੋ? ਸ੍ਰੀ ਨਾਨਕ ਸਮਰਥ ਜਗਨਾਥਾ। ਗੁਰੂ ਨਾਨਕ ਦੇਵ ਮਹਾਰਾਜ ਜਗਤ ਦੇ ਮਾਲਕ ਤੇ ਹਰ ਤਰ੍ਹਾਂ ਨਾਲ ਸਮਰੱਥ ਹਨ। ਤਿਨ ਕੋ ਹੈ ਮਾਥ ਪਰ ਹਾਥਾ। ਜਿਨ੍ਹਾਂ ਦਾ ਹੱਥ ਸਦਾ ਹੀ ਸਾਡੇ ਸਾਰਿਆਂ ਦੇ ਸਿਰ ਤੇ ਹੈਗਾ, ਮਸਤਕ ਤੇ ਹੈ, ਉਹਨਾਂ ਦਾ ਹੱਥ ਹੈਗਾ ਹੈ, ਇਸ ਲਈ ਚਿੰਤਾ ਦੀ ਕਿਹੜੀ ਗੱਲ ਹੈ। ਤੇ ਸਾਧ ਸੰਗਤ ਦੇ ਬਚਨ ਸਾਰਿਆਂ ਵਾਸਤੇ ਨੇ, ਸਾਡੇ ਵਾਸਤੇ ਵੀ। ਸਾਡੇ ਸਭ ਦੇ ਸਿਰ ਤੇ ਵੀ ਗੁਰੂ ਨਾਨਕ ਦਾ ਹੱਥ ਹੈਗਾ। ਤੇ ਜਿਨ੍ਹਾਂ ਦੇ ਸਿਰ ਤੇ ਗੁਰੂ ਨਾਨਕ ਦਾ ਹੱਥ ਹੋਵੇ ਉਹਨਾਂ ਨੂੰ ਚਿੰਤਾ ਨਹੀਂ ਕਰਨੀ ਚਾਹੀਦੀ। ਬਿਲਕੁਲ ਚਿੰਤਾਤੁਰ ਸਿੱਖ ਹੁੰਦਾ ਹੀ ਨਹੀਂ। ਹਾਂ ਕੋਈ ਗੱਲ ਹੈ ਤੇ ਚਿੰਤਾ ਨਹੀਂ ਕਰਨੀ, ਅਰਦਾਸ ਕਰੋ ਵੀ ਮਹਾਰਾਜ ਹੈ ਕੰਮ ਸਫਲ ਹੋ ਜਾਏ। ਗੁਰੂ ਅਰਦਾਸ ਸੁਣ ਲੈਂਦਾ, ਮਹਾਰਾਜ ਮਿਹਰ ਕਰ ਦਿੰਦੇ ਨੇ। ਤੇ ਚਿੰਤਾ ਸਾਰੇ ਪਿੰਡ ਨੂੰ ਲੈ ਕੇ ਕਰਨ ਲੱਗ ਪਓ ਤੇ ਚਿੰਤਾ ਕਰਨ ਨਾਲ ਤੇ ਕੋਈ ਕੰਮ ਵੀ ਨਹੀਂ ਹੁੰਦਾ ਤੇ ਸਿਹਤ ਵੀ ਖਤਮ ਹੋ ਜਾਂਦੀ। ਇਸ ਲਈ ਸਿੱਖ ਚਿੰਤਾ ਨਹੀਂ ਕਰਦਾ। ਔਰ ਜਿਹਨੂੰ ਇਹ ਪਤਾ ਹੋਵੇ ਵੀ ਮੇਰੇ ਸਿਰ ਤੇ ਗੁਰੂ ਨਾਨਕ ਦਾ ਹੱਥ ਹੈ, ਉਹ ਬਿਲਕੁਲ ਹੀ ਨਹੀਂ ਕਰਦਾ। ਤਾਂ ਇਹ ਕਹਾ ਪਰਵਾਹ ਕਾਹੂ ਕੀ, ਜਾਕੇ ਬਸੀਸ ਧਰਿਓ ਗੁਰ ਹੱਥ। ਇਸ ਲਈ ਮਹਾਰਾਜ ਕਹਿਣ ਲੱਗੇ, ਹੈ ਗੰਗੇ ਗੁਰੂ ਨਾਨਕ ਦੇਵ ਜੀ ਜਗਤ ਦੇ ਮਾਲਕ ਹਨ, ਹਰ ਤਰ੍ਹਾਂ ਨਾਲ ਸਮਰੱਥ ਹਨ ਤੇ ਉਹਨਾਂ ਦਾ ਹੱਥ ਸਭ ਦੇ ਸਾਡੇ ਸਿਰ ਤੇ ਹੈ। ਸਦਾ ਸਹਾਇਕ ਬਿਘਨ ਨਸਾਇਕ। ਤੇ ਸਾਰੇ ਬਿਘਨਾਂ ਦਾ ਨਾਸ਼ ਕਰ ਦੇਣ ਵਾਲੇ ਸਦਾ ਹੀ ਸਹਾਈ, ਇੱਕ ਦਿਨ ਵੀ ਦੂਰ ਨਹੀਂ ਹੁੰਦੇ, ਹਮੇਸ਼ਾ ਨਾਲ ਹਨ। ਹਰ ਸਿੱਖ ਦੇ ਨਾਲ ਹਨ, ਹੁਣ ਵੀ ਨਾਲ ਹਨ। ਉਹ ਵਿਸਾਲ ਗਨ ਸਤਰਨ ਕਾਇਕ। ਔਰ ਇਸ ਤਰ੍ਹਾਂ ਦੇ ਨਾਲ ਪਾਰ ਬ੍ਰਹਮ ਪਰਮੇਸ਼ਵਰ ਰੂਪ ਹਨ ਗੁਰੂ ਨਾਨਕ ਦੇਵ ਮਹਾਰਾਜ। ਤੇ ਉਹਨਾਂ ਦੀ ਵਰੋਸਾਏ ਹੋਏ ਹਨ, ਵਿਸ਼ਾਲਤਾ ਨਾਲ ਭਰੇ ਹੋਏ, ਸ਼ਤਰੂਆਂ ਦਾ
ਨਾਸ ਕਰਨ ਵਾਲੇ ਸ੍ਰੀ ਹਰਗੋਬਿੰਦ ਜੀ। ਗੁਰ ਪ੍ਰਤਾਪ ਤੇ ਹਰ ਗੋਬਿੰਦ। ਉਸੇ ਗੁਰੂ ਨਾਨਕ ਦੇਵ ਜੀ ਦੇ ਤੇਜ ਤਪ ਪ੍ਰਤਾਪ ਦਾ ਸਦਕਾ ਸ੍ਰੀ ਹਰਗੋਬਿੰਦ ਜੀ ਦਿਨ ਪ੍ਰਤਿਨ ਕੋ ਤੇਜ ਬਿਲੰਦ। ਤੇ ਤੁਸੀਂ ਦੇਖੀ ਜਾਣਾ ਦਿਨ ਪ੍ਰਤੀ ਦਿਨ ਇਹਨਾਂ ਦਾ ਤੇਜ ਬਲ ਵੱਧਦਾ ਹੀ ਜਾਣਾ, ਘਟਣਾ ਨਹੀਂ ਕਦੀ। ਸਾਧ ਸੰਗਤ ਆਪ ਦੇਖ ਰਹੇ ਹੋ ਬਈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕੌਮ ਦਾ ਬਲ ਰੋਜ਼ ਵੱਧਦਾ ਹੀ ਜਾ ਰਿਹਾ। ਦੁਨੀਆ ਦਾ ਕੋਈ ਦੇਸ਼ ਲੱਭਣਾ ਹੀ ਔਖਾ ਹੈ ਜਿੱਥੇ ਗੁਰੂ ਨਾਨਕ ਦੇ ਸਿੱਖਾਂ ਦੀ ਬਰਕਤ, ਗੁਰੂ ਸਾਹਿਬ ਦੀ ਨਾਂ ਦਿਖਾਈ ਪੈਂਦੀ ਹੋ। ਗੁਰੂ ਨਾਨਕ ਦੇ ਨਿਸ਼ਾਨ ਸਾਹਿਬ ਝੁਲਦੇ ਦਿਖਦੇ ਨੇ, ਗੁਰੂ ਅਸਥਾਨ ਦਿਖਦੇ ਪਏ ਨੇ। ਕੋਈ ਲੋੜਵੰਦ ਹੋਵੇ, ਕੋਈ ਮਰੀਜ਼ ਹੋਵੇ, ਕੋਈ ਦੁਖਿਆਰਾ ਹੋਵੇ ਤੇ ਸਭ ਸਾਜੋ ਸਮਾਨ ਲੈ ਕੇ ਪਹੁੰਚ ਜਾਂਦੇ ਨੇ। ਸਾਰੀ ਦੁਨੀਆ ਅੱਜ ਇਸ ਗੱਲ ਨੂੰ ਮੰਨਦੀ ਹੈ ਕਿ ਦੁਨੀਆ ਤੇ ਸਭ ਤੋਂ ਮਹਾਨ, ਦਲੇਰ ਤੇ ਪਰਉਪਕਾਰੀ ਕੌਮ ਕੋਈ ਹੈ ਤੇ ਗੁਰੂ ਨਾਨਕ ਦੀ ਕੌਮ ਹੈ। ਸਾਰਾ ਜਗਤ ਮੰਨਦਾ ਹੈ। ਸਭ ਤੋਂ ਜ਼ਿਆਦਾ ਇਮਾਨਦਾਰ, ਸਭ ਤੋਂ ਜ਼ਿਆਦਾ ਪਰਉਪਕਾਰ ਨਾਲ ਭਰਿਆ ਹੋਇਆ ਹਿਰਦਾ ਰੱਖਣ ਵਾਲੀ, ਸਭ ਤੋਂ ਜ਼ਿਆਦਾ ਦੇਸ਼ ਧਰਮ ਨਾਲ ਜੁੜੀ ਹੋਈ, ਵਾਕਈ ਤੇਜ ਪ੍ਰਤਾਪ ਸਤਿਗੁਰੂ ਜੀ ਦੇ ਬਚਨਾਂ ਸਦਕਾ ਵੱਧਦਾ ਪਿਆ ਹੈ। ਦਿਨ ਪ੍ਰਤ ਇਨ ਕੋ ਤੇਜ ਬਿਲੰਦ। ਦਿਨ ਪ੍ਰਤੀ ਦਿਨ, ਦਿਨ ਦੁੱਗਣਾ ਰਾਤ ਚੌਗਣਾ ਸ੍ਰੀ ਹਰਗੋਬਿੰਦ ਜੀ ਦਾ ਬਲ ਵੱਧਦਾ ਜਾਵੇਗਾ। ਪਰਨ ਕੀ ਜੈ ਚਿਤ ਦੁਚਿਤਾਈ। ਮਨ ਵਿੱਚ ਕੋਈ ਦੁਚਿੱਤਾਪਨ ਲਿਆਉਣਾ ਹੀ ਨਹੀਂ ਹੈ ਕਦੀ। ਬੇਦੀ ਕੁਲ ਕੇ ਤਿਲਕ ਸਹਾਈ। ਬੇਦੀ ਕੁਲ ਦੇ ਮਹਾਨ ਤਿਲਕ ਟਿੱਕਾ ਜੀ ਗੁਰੂ ਨਾਨਕ ਸਹਾਈ ਹਨ। ਅਸ ਕੈ ਕਰੁਣਾ ਧਾਰ ਨਿਹਾਰ। ਤੇ ਇਸ ਤਰ੍ਹਾਂ ਮਿਹਰ ਦੀ ਨਜ਼ਰ ਨਾਲ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸ੍ਰੀ ਮਾਤ ਗੰਗਾ ਜੀਆਂ ਵੱਲ ਦੇਖਣਾ ਕੀਤਾ ਹੈ। ਔਰ ਗੰਗਾ ਕੇ ਮੋਹ ਬਿਦਾਰਾ। ਜਿਹੜੀ ਭਾਵੇਂ ਮਮਤਾ ਰੂਪ ਵਿੱਚ ਥੋੜੀ ਜਿਹੀ ਮੋਹ ਦੀ ਛਾਇਆ ਦਿਖਾਈ, ਉਹ ਸਾਰੀ ਦੂਰ ਕਰ ਦਿੱਤੀ ਹੈ। ਪ੍ਰਾਪਤ ਭਇਓ ਗਿਆਨ ਸੁਖਦਾਨੀ। ਔਰ ਇਸ ਤਰ੍ਹਾਂ ਦੇ ਨਾਲ ਪਰਮ ਆਨੰਦ ਦੇਣ ਵਾਲਾ ਜਿਹੜਾ ਗਿਆਨ ਹੈ ਉਹ ਫਿਰ ਬ੍ਰਹਮ ਗਿਆਨ ਦੀਆਂ ਤਰੰਗਾਂ ਹਿਰਦੇ 'ਚ ਪ੍ਰਗਟ ਹੋ ਗਈਆਂ। ਚਿੰਪਤ ਕਹਿਤ ਸਾਚ ਤਿਮ ਤੇ ਜਾਨੀ। ਜਿਸ ਤਰ੍ਹਾਂ ਉਹਨਾਂ ਦੇ ਪਤੀ ਦੇਵ ਸ੍ਰੀ ਗੁਰੂ ਅਰਜਨ ਦੇਵ ਜੀ ਕਹਿ ਰਹੇ ਹਨ, ਉਹ ਸੱਚ ਸੱਚ ਮੰਨ ਰਹੇ ਹਨ। ਇਹੀ ਗੁਰੂ ਦੀ ਨਜ਼ਰ ਹੈ। ਜਿਹੜਾ ਬਚਨ ਹੈ ਨਾ, ਨਾਨਕ ਨਦਰੀ ਨਦਰ ਨਿਹਾਲ, ਉਹ ਇਹੀ ਹੈ ਕਿ ਗੁਰੂ ਦਾ ਸਿੱਖ ਗੁਰੂ ਦੇ ਬਚਨਾਂ ਨੂੰ ਸੱਚ ਸੱਚ ਕਰਕੇ ਮੰਨ ਲੈ। ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਹਾਂਜੀ, ਕਰ ਕੋ ਜੋਰਤ ਬਾਖ ਬਖਾਨਾ। ਤੇ ਸ੍ਰੀ ਮਾਤ ਗੰਗਾ ਜੀਆਂ ਨੇ ਦੋਵੇਂ ਹੱਥ ਜੋੜੇ ਤੇ ਬੋਲ ਆਖੇ ਹਨ। ਆ ਜੋਗ ਸੋ ਕਿਰਤ ਤੁਮ ਠਾਨਾ। ਆਖਿਆ ਹੈ ਸੱਚੇ ਪਿਤ ਪਾਤਸ਼ਾਹ, ਜਿਵੇਂ ਮਰਜ਼ੀ ਤੁਹਾਡੀ ਇੱਛਾ ਹੁੰਦੀ, ਜੋ ਸਹੀ ਹੁੰਦਾ ਹੈ ਉਹ ਕੰਮ ਆਪ ਕਰਦੇ ਹੋ। ਤੁਮ ਤੇ ਅਪਰ ਨ ਸਿਆਨੋ ਕੋਈ। ਆਪ ਜੀ ਨਾਲੋਂ ਜ਼ਿਆਦਾ ਤਿੰਨਾਂ ਲੋਕਾਂ ਦਾ ਗਿਆਨ ਰੱਖਣ ਵਾਲਾ, ਬ੍ਰਹਮ ਗਿਆਨ ਰੱਖਣ ਵਾਲਾ ਤੇ ਗਿਆਨ ਵਿਗਿਆਨ ਬ੍ਰਹਮ ਗਿਆਨ ਦਾ ਦਾਤਾ ਹੋਰ ਤਿੰਨਾਂ ਲੋਕਾਂ 'ਚ ਕੋਈ ਨਹੀਂ ਹੈ ਜੀ। ਜੋ ਆਛੀ ਹੋਏ ਪਾਖੋ ਸੋਈ। ਸਾਡੇ ਵਾਸਤੇ ਜੋ ਚੰਗਾ ਹੁੰਦਾ ਉਹੀ ਆਪ ਫਰਮਾਉਂਦੇ ਹੋ। ਇਮ ਸੰਭਾਖਨ ਕਰ ਗੁਰ ਸੋਈ। ਇਸ ਤਰ੍ਹਾਂ ਬਚਨ ਬਿਲਾਸ ਕਰਦਿਆਂ ਹੋਇਆਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਦੀ ਸੇਵਾ, ਉਹਨਾਂ ਦੇ ਮਹਿਲ ਤਨ 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 ਮਾਤ ਗੰਗਾ ਜੀ ਕਰਦੇ ਰਹੇ ਤੇ ਮਹਾਰਾਜ ਬਿਰਾਜ ਗਏ ਹਨ। ਜਾਮ ਜਾਮਨੀ ਜਾਗਰਨ ਹੋਈ। ਫਿਰ ਸਵਾ ਪਹਿਰ ਰਾਤ ਰਹੀ ਤੇ ਮਹਾਰਾਜ ਫਿਰ ਆਰਾਮ ਤੇ ਆਗਿਆ। ਕਿਰਿਆ ਸਨਾਨ ਆਦਿ ਸਭ ਕਰੀ। ਰੋਜ਼ਮਰਰਾ ਦੀਆਂ ਕਿਰਿਆਵਾਂ ਤੇ ਇਸ਼ਨਾਨ ਆਦਿਕ ਕੀਤਾ। ਬਹੁਰ ਸਮਾਦ ਰੂਪ ਨਿਜ ਧਰੀ। ਤੇ ਫਿਰ ਆਪਣੇ ਸਵੈ ਸਰੂਪ ਵਿੱਚ ਲੀਨ ਹੋ ਗਏ। ਸਮਾਧੀ ਜਿਵੇਂ ਕੋਈ ਸਥਿਤ ਹੁੰਦਾ ਹੈ, ਇਸ ਤਰ੍ਹਾਂ ਮਹਾਰਾਜ ਜਾਪ ਵਿੱਚ
ਲੀਨ ਹੋ ਗਏ। ਜਬ ਪ੍ਰਕਾਸ਼ ਰਬ ਕੋ ਹੋਇਆ, ਇਸ ਤਰ੍ਹਾਂ ਫਿਰ ਜਦੋਂ ਸੂਰਜ ਦੀਆਂ ਕਿਰਨਾਂ ਭਾਵ ਦਿਨ ਹੋ ਗਿਆ ਚੰਗਾ, ਚੜਨ ਹੇਤ ਖਾਸਾ ਮੰਗਵਾਇਓ। ਚੜ੍ਹਨ ਵਾਸਤੇ ਮਹਾਰਾਜ ਜੀ ਨੇ ਖਾਸਾ ਪਾਲਕੀ ਆਦਿਕ ਜੋ ਸੀ ਮੰਗਵਾਇਆ। ਪੰਜ ਸਿੱਖ ਲੈ ਆਪਣੇ ਸਾਥ, ਤੇ 5 ਸਿੱਖਾਂ ਨੂੰ ਮਹਾਰਾਜ ਜੀ ਨੇ ਆਪਣੇ ਨਾਲ ਲਿਆ ਹੈ। ਕੀਨ ਅਰੂਢਨ ਅਰਜਨ ਨਾਥ, ਔਰ ਇਸ ਤਰ੍ਹਾਂ ਖਾਸਾ ਤੇ ਮਹਾਰਾਜ ਜੀ ਸਵਾਰ ਹੋ ਗਏ। ਵਿਧਿਆ ਜੇਠਾ ਲੰਗ ਪਿਰਾਣਾ, ਭਾਈ ਬਹਾਦਰ ਬਾਬਾ ਬਿਧੀ ਚੰਦ ਜੀ, ਭਾਈ ਜੇਠਾ ਸਾਹਿਬ, ਭਾਈ ਲੰਗਾ ਜੀ ਤੇ ਚੌਥੇ ਭਾਈ ਪਿਰਾਣਾ ਜੀ, ਪੰਚਮ ਪੈੜਾ ਸੰਗ ਪਿਆਣਾ, ਤੇ ਪੰਜਵਾਂ ਭਾਈ ਪੈੜਾ ਜੀ। ਇਹ 5 ਸਿੱਖ ਮਹਾਰਾਜ ਜੀ ਦੇ ਨਾਲ ਗਏ, ਜਿਨ੍ਹਾਂ ਵਿੱਚ ਬਹਾਦਰ ਬਾਬਾ ਬਿਧੀ ਚੰਦ ਜੀ, ਭਾਈ ਜੇਠਾ ਜੀ, ਭਾਈ ਲੰਗਾ ਜੀ, ਭਾਈ ਪ੍ਰਾਣਾ ਜੀ ਤੇ ਇਸ ਤਰ੍ਹਾਂ ਦੇ ਨਾਲ ਭਾਈ ਪੈੜਾ। ਇਹ 5 ਸਿੱਖ ਲਾਹੌਰ ਦੇ ਰਸਤੇ ਮਹਾਰਾਜ ਜੀ ਦੇ ਨਾਲ ਗਏ ਹਨ। ਪਰ ਸ਼ਬਦ ਦੇ ਧੀਰਜ ਤਿਆਗੇ, ਔਰ ਇਸ ਤਰ੍ਹਾਂ ਦੇ ਨਾਲ ਅਪਰ ਸ਼ਬਦ ਦੇ ਧੀਰਜ ਤਿਆਗੇ, ਅਪਰ ਸਰਬ ਦੇ ਧੀਰਜ ਤਿਆਗੇ। ਔਰ ਹੋਰ ਸਾਰਿਆਂ ਨੂੰ ਵੀ ਧੀਰਜ ਦਿੱਤੀ ਤੇ ਪ੍ਰਸਥਾਨ ਕੀਤਾ। ਰੋ ਸੁਧਾਸਰ ਸੇਵਾ ਲਾਗੇ, ਇਹਨਾਂ 5 ਨੂੰ ਨਾਲ ਲਿਆ ਤੇ ਬਾਕੀਆਂ ਨੂੰ ਕਿਹਾ ਇੱਥੇ ਅੰਮ੍ਰਿਤਸਰ ਸੇਵਾ ਵਿੱਚ ਲੱਗੇ ਰਹੋ। ਸ੍ਰੀ ਹਰਗੋਬਿੰਦ ਸੰਗ ਸਦੀਵਾ, ਸ੍ਰੀ ਗੁਰੂ ਹਰਗੋਬਿੰਦ ਜੀ ਦੇ ਨਾਲ ਸਦਾ ਦਰਸ਼ਨ ਪਰਸੋ ਹਰਖ ਤਰੀਵਾ, ਸਦਾ ਇਹਨਾਂ ਦੇ ਦਰਸ਼ਨ ਕਰੋ ਤੇ ਪ੍ਰਸੰਨਤਾ ਧਾਰਨ ਕਰੋ। ਨਿਕਸ ਗ੍ਰਹਿ ਤੇ ਸਤਿਗੁਰ ਆਏ। ਇਸ ਤਰ੍ਹਾਂ ਮਹਾਰਾਜ ਜੀ ਰੱਬੀ ਰਸ ਵਿੱਚ ਲਬਰੇਜ਼ ਬਚਨ ਸਾਂਝੇ ਕਰਦੇ ਹੋਏ ਆਪਣੇ ਮਹਿਲਾਂ ਤੋਂ ਬਾਹਰ ਆਏ ਹਨ। ਗਏ ਸੁਧਾਸਰ ਕੋ ਦਰਸਾਏ, ਤੇ ਫਿਰ ਜਾ ਕੇ ਸਭ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਕੀਤੇ। ਸਾਧ ਸੰਗਤ ਇਹੋ ਜਿਹਾ ਥਾਂ ਦੁਨੀਆ ਤੇ ਕੋਈ ਨਹੀਂ, ਐਵੇਂ ਨਹੀਂ ਸੱਚਖੰਡ ਆਖਿਆ ਜਾਂਦਾ। ਡਿਠੇ ਸਭੇ ਥਾਵ ਨਹੀਂ ਤੁਧ ਜਿਹਾ, ਬੱਧੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ। ਵਸਦੀ ਸਘਨ ਅਪਾਰ ਅਨੂਪ ਰਾਮਦਾਸਪੁਰ, ਹਰਿਹਾ ਨਾਨਕ ਕਸ ਮਲ ਜਾਏ, ਨਾਇ ਰਾਮਦਾਸ ਸਰ। ਐਸੇ ਹੀ ਮਹਾਨ ਪਵਿੱਤਰ ਸ੍ਰੀ ਹਰਿਮੰਦਰ ਸਾਹਿਬ ਰੂਹਾਨੀਅਤ ਦੀ ਬਰਕਤ, ਰੂਹਾਨੀਅਤ ਦਾ ਮਰਕਜ਼ ਹੈ ਕਿ ਸਿੱਖੀ ਦਰਸ਼ਨ ਚਾਅ ਨਾਲ ਨਹੀਂ ਕਰਦੇ। ਗੁਰੂ ਅਰਜਨ ਦੇਵ ਮਹਾਰਾਜ ਆਪ ਵੀ ਚਾਅ ਨਾਲ ਦਰਸ਼ਨ ਕਰਦੇ, ਆਪ ਵੀ ਬੜੇ ਪ੍ਰੇਮ ਨਾਲ ਤੇ ਅਰਦਾਸ ਆਪ ਉੱਥੇ ਕਰਦੇ ਹਨ। ਥਲ ਜਾਨ ਪਾਉ ਵਡ ਤਾਰਾ, ਔਰ ਇਸ ਤਰ੍ਹਾਂ ਦੇ ਨਾਲ ਪਿਤ ਥਲ ਜਾਨ ਪਾਉ ਵਡ ਤਾਰਾ, ਆਪਣੇ ਬਜ਼ੁਰਗ ਪਿਤਾ ਗੁਰੂ ਰਾਮਦਾਸ ਮਹਾਰਾਜ ਜੀ ਦਾ ਵੱਡਾ ਥਾਂ ਹੈ ਤੇ ਵੱਡੀ ਭਾਵਨਾ ਹਿਰਦੇ ਵਿੱਚ ਧਾਰਨ ਕੀਤੀ ਹੈ। ਨਮਸਕਾਰ ਕੀ ਨਸ ਦਰਬਾਰਾ, ਫਿਰ ਗੁਰੂ ਰਾਮਦਾਸ ਮਹਾਰਾਜ ਜੀ ਦੁਆਰਾ ਇਹ ਵਸਾਈ ਹੋਈ ਨਗਰੀ ਹਰਿਮੰਦਰ ਸਾਹਿਬ, ਇੱਥੇ ਗੁਰੂ ਅਰਜਨ ਦੇਵ ਜੀਆਂ ਨੇ ਆਪ ਨਮਸਕਾਰ ਕੀਤੀ। ਸਦਾ ਕੀਰਤਨ ਕੀ ਤੁਨ ਜਹਾਂ, ਸਦਾ ਜਿੱਥੇ ਕੀਰਤਨ ਦੀ ਧੁਨੀ ਚੱਲਦੀ, ਭਾਵ ਪਾਰ ਬ੍ਰਹਮ ਪਰਮੇਸ਼ਵਰ ਦੀ ਬਾਣੀ ਦਾ ਗਾਇਨ ਹੁੰਦਾ ਹੈ। ਇਹੋ ਜਿਹਾ ਸਥਾਨ ਹੈ ਵੀ ਕਿਸੇ ਕੀਰਤਨੀਏ ਦਾ ਨਾਮ ਤੱਕ ਅਨਾਉਂਸ ਨਹੀਂ ਹੁੰਦਾ। ਬਈ ਹੁਣ ਫਲਾਣਾ ਕੀ ਲਿਸਟ ਬਣ ਜਾਂਦੀ, ਪਰ ਨਾਮ ਕਿਸੇ ਦਾ ਨਹੀਂ ਬੋਲਿਆ ਜਾਂਦਾ, ਹੋਰ ਕੋਈ ਗੱਲ ਆਖੀ ਹੀ ਨਹੀਂ ਜਾਂਦੀ। ਸਦਾ ਸਦਾ ਤੋਂ ਸਦਾ ਸਦਾ ਲਈ ਇੱਥੇ ਪਾਰ ਬ੍ਰਹਮ ਪਰਮੇਸ਼ਰ ਦੀ ਬਾਣੀ ਦੀ ਧੁਨ ਹੀ ਗੂੰਜਦੀ ਰਹੀ ਹੈ, ਗੂੰਜ ਰਹੀ ਹੈ ਤੇ ਗੂੰਜਦੀ ਰਹੇਗੀ। ਸ੍ਰੀ ਹਰਿਮੰਦਰ ਸੁੰਦਰ ਮਹਾ, ਸੰਸਾਰ ਦਾ ਸਭ ਤੋਂ ਸੁੰਦਰ ਅਸਥਾਨ ਸ੍ਰੀ ਸੱਚਖੰਡ ਹਰਿਮੰਦਰ ਸਾਹਿਬ ਹੈ। ਹਰੀ ਪਰਕਰਮਾ ਪਿਤਾ ਨਿਹੋਰੇ, ਔਰ ਇਸ ਤਰ੍ਹਾਂ ਦੇ ਨਾਲ ਪਰਕਰਮਾ ਕੀਤੀਆਂ ਗੁਰੂ ਰਾਮਦਾਸ ਮਹਾਰਾਜ ਜੀ ਨੂੰ
ਬੇਨਤੀਆਂ ਕੀਤੀਆਂ। ਧਰਿਓ ਧਿਆਨ ਬੰਦਤ ਕਰ ਜੋਰੇ। ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨ ਕਮਲਾਂ ਦਾ ਧਿਆਨ ਕੀਤਾ, ਹੱਥ ਜੋੜੇ। ਨਿਕਸੇ ਬਹਿਰ ਪੰਥ ਤਿਸ ਪਰੇ। ਫਿਰ ਇਸ ਤਰ੍ਹਾਂ ਪਰਿਕਰਮਾ ਕਰਕੇ ਫਿਰ ਬਾਹਰ ਆਉਂਦਿਆਂ ਮੱਥਾ ਟੇਕ ਕੇ ਫਿਰ ਬਾਹਰ ਨਿਕਲੇ ਨੇ ਤੇ ਲਾਹੌਰ ਦੇ ਰਸਤੇ ਚੱਲੇ ਹਨ। ਲਵਪੁਰ ਦਿਸ ਸਨਮੁਖ ਮੁਖ ਕਰੇ। ਲਾਹੌਰ ਵਾਲੇ ਪਾਸੇ ਨੂੰ ਮੁਖੜਾ ਮਹਾਰਾਜ ਜੀ ਨੇ ਕੀਤਾ ਹੈ। ਸਿੱਖੇ ਸਕਲ ਜੁਤ ਹਰ ਗੋਬਿੰਦ। ਇਸ ਤਰ੍ਹਾਂ ਸਾਰੇ ਸਿੱਖ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਸਮੇਤ ਸਦਾ ਹੇਤ ਗਮਨੇ ਕਰ ਬ੍ਰਿੰਦ। ਔਰ ਉਹਨਾਂ ਨੂੰ ਵਿਦਾ ਕੀਤਾ ਤੇ ਆਪ ਜਾ ਰਹੇ ਹਨ। ਤਕ ਦੂਰ ਜਬ ਪਹੁੰਚੇ ਜਾਏ। ਇਸ ਤਰ੍ਹਾਂ ਕੁਝ ਸਫ਼ਰ ਜਦ ਤੈਅ ਕਰ ਲਿਆ, ਖਰੇ ਪਏ ਸਤਿਗੁਰ ਸੁਖਦਾਈ। ਸਾਰੇ ਸੁੱਖਾਂ ਦੀ ਦਾਤ ਦੇਣ ਵਾਲੇ ਗੁਰੂ ਅਰਜਨ ਦੇਵ ਮਹਾਰਾਜ। ਸਾਧ ਸੰਗਤ ਹੋਰ ਵੀ ਸੰਸਾਰ ਤੇ ਮਹਾਂਪੁਰਖਾਂ ਨੇ ਆਪਣੇ ਸੇਵਕਾਂ ਨੂੰ ਸੁਖ ਦਿੱਤੇ ਹੋਣ, ਪਰ ਦੁੱਖਾਂ ਦੇ ਸਾਗਰ ਤੋਂ ਪਾਰ ਕਰਨ ਵਾਲਾ ਸੁੱਖਾਂ ਦਾ ਜਹਾਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰੂਪ ਵਿੱਚ ਗੁਰੂ ਅਰਜਨ ਦੇਵ ਜੀ ਨੇ ਬਖਸ਼ਿਆ, ਉਹਨਾਂ ਦੀ ਬਖਸ਼ਿਆ। ਸਦਾ ਹੀ ਸੁਖ ਦੇਣ ਵਾਲੇ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ। ਸਭ ਸੋ ਕਹਿਨੀ ਕੇ ਉਪਦੇਸ਼। ਹੋਰ ਵੀ ਜਿਹੜੀਆਂ ਸੰਗਤਾਂ ਨਾਲ ਚੱਲਦੀਆਂ ਆ ਰਹੀਆਂ ਨੇ ਸਭ ਨੂੰ ਸੋਹਣੇ ਬਚਨ ਸੋਹਣਾ ਉਪਦੇਸ਼ ਬਖਸ਼ਿਸ਼ ਕੀਤਾ। ਸਿਮਰੋ ਸਤਿਗੁਰ ਹਰੋਂ ਕਲੇਸ਼। ਉਹ ਸਭ ਤੋਂ ਵੱਡਾ ਤੇ ਸੋਹਣਾ ਉਪਦੇਸ਼ ਕੀ ਹੈਗਾ ਹੈ? ਮਹਾਰਾਜ ਨੇ ਆਖਿਆ ਸਾਰੇ ਕਲੇਸ਼ ਸਾਰੇ ਦੁੱਖਾਂ ਨੂੰ ਰੋਗਾਂ ਸੋਗਾਂ ਨੂੰ ਦੂਰ ਕਰਨ ਵਾਲਾ ਪਾਰ ਬ੍ਰਹਮ ਪਰਮੇਸ਼ਵਰ ਦੇ ਨਾਮ ਦਾ ਸਿਮਰਨ। ਵਾਹਿਗੁਰੂ 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 ਇਹ ਕਰਦਿਆਂ ਕਰਦਿਆਂ ਸਾਰੇ ਕਲੇਸ਼ ਦੂਰ ਹੋ ਜਾਂਦੇ ਹਨ। ਸਾਹਿਬ ਬੁੱਢਾ ਅਰ ਗੁਰਦਾਸ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ। ਜੁਤ ਸ੍ਰੀ ਹਰਗੋਬਿੰਦ ਪਾਸ। ਇਹਨਾਂ ਸਮੇਤ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਕੋਲ ਰੋ ਸਦਾ ਤਰ ਗੁਰਮਤਿ ਆਛੇ। ਸਾਰੀਆਂ ਸੰਗਤਾਂ ਨੂੰ ਮਹਾਰਾਜ ਨੇ ਫਰਮਾਇਆ ਵੀ ਇਹਨਾਂ ਦੇ ਕੋਲ ਰਹੋ। ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਕੋਲ ਰਹੋ। ਨਿਤ ਪ੍ਰਸੰਨ ਰੱਖੋ ਹਮ ਪਾਛੇ। ਸਦਾ ਇਹਨਾਂ ਦੇ ਨਾਲ ਰਹੋ, ਇਹ ਚੰਗਾ ਹੈ। ਗੁਰਮਤਿ ਧਾਰਨ ਕਰੋ ਤੇ ਸਾਡੇ ਤੋਂ ਬਾਅਦ ਵੀ ਸਦਾ ਹੀ ਪ੍ਰਸੰਨਤਾ ਬਣੀ ਰਹੇਗੀ। ਇਨਹੂ ਆਗਿਆ ਭੰਗ ਨ ਕਰਨੀ। ਇਹ ਸਾਡੀ ਆਗਿਆ ਨੂੰ ਕਿਸੇ ਨੇ ਭੰਗ ਨਹੀਂ ਕਰਨਾ। ਇਹ ਬਚਨ ਵੀ ਮਹਾਰਾਜ ਜੀ ਨੇ ਆਖ ਦਿੱਤੇ ਵੀ ਇਹ ਆਗਿਆ ਸਭ ਨੇ ਮੰਨਣੀ ਹੈ। ਨਿਜ ਪਤ ਕੀ ਜੈ ਕਿਨ ਅਨੁਸਰਨੀ। ਇਸ ਤਰ੍ਹਾਂ ਸਾਰਾ ਆਪਣਾ ਮਤਾ ਸਾਰੀ ਮਤ ਸਾਰਾ ਵਿਵਹਾਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਮੁਤਾਬਕ ਕਰਨਾ। ਹਰ ਗੋਬਿੰਦ ਕੋ ਪੁਨਹ ਸੁਨਾਈ। ਫਿਰ ਸਾਹਿਬ ਜੀ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਪ੍ਰਤੀ ਇਹ ਬਚਨ ਆਖੇ। ਅਦਬ ਰੱਖੋ ਨਿਤ ਬੁੱਢਾ ਭਾਈ। ਮਹਾਰਾਜ ਕਹਿਣ ਲੱਗੇ ਗੁਰੂ ਅਰਜਨ ਦੇਵ ਸਾਹਿਬ ਬਈ ਹਰਗੋਬਿੰਦ ਜੀ ਤੁਸੀਂ ਬਾਬੇ ਬੁੱਢੇ ਦਾ ਤੇ ਭਾਈ ਗੁਰਦਾਸ ਦਾ ਸਦਾ ਹੀ ਸਤਿਕਾਰ ਕਰੋ। ਦੇਖੋ ਆਪ ਪਾਰ ਬ੍ਰਹਮ ਪਰਮੇਸ਼ਵਰ ਜੋਤ ਤਰਨ ਗਗਨ ਨਵਖੰਡ ਮਹਿ ਜੋਤ ਸਵਰੂਪੀ ਰਹਿਓ ਭਰ ਪਨ ਮਥੁਰਾ ਕਛ ਭੇਦ ਨਹੀਂ ਗੁਰ ਅਰਜੁਨ ਪ੍ਰਤੱਖ ਹਾਰ। ਆਪ ਪਾਰ ਬ੍ਰਹਮ ਪਰਮੇਸ਼ਵਰ ਨੇ ਤੇ ਆਪ ਵੀ ਆਪਣੇ ਸਿੱਖਾਂ ਦਾ ਕਿੰਨਾ ਸਨਮਾਨ ਕਰਦੇ ਤੇ ਆਪਣੇ ਸਾਹਿਬੇ ਫਰਜ਼ੰਦੇ ਅੰਜੁਮਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਫਰਮਾਇਆ ਕਿ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਇਹਨਾਂ ਦਾ ਸਦਾ ਹੀ ਅਦਬ ਬਣਾ ਕੇ ਰੱਖਣਾ ਹੈ। ਕਦੀ ਕੋਈ ਬੇਅਦਬੀ ਭਰਿਆ ਬੋਲ ਨਾ ਨਿਕਲੇ। ਮੈਂ ਆਗਿਆ ਦੇ ਤੈਸੇ ਰਹੇ ਨਾ। ਤੇ ਜਿਵੇਂ ਆਖਣਗੇ ਉਸ ਤਰ੍ਹਾਂ ਵਿਚਰ। ਇੱਕ ਵਾਰੀ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਆਪਣੇ ਸਿੱਖਾਂ ਤੇ ਕਿੰਨਾ ਭਰੋਸਾ ਤੇ ਕਿੰਨਾ ਪਿਆਰ ਪ੍ਰਗਟ ਕਰਦੇ, ਕਿਤਨੀ ਨੇੜਤਾ ਪ੍ਰਗਟ ਕਰਦੇ ਨੇ। ਆਖਣ ਲੱਗੇ ਸ੍ਰੀ ਹਰਗੋਬਿੰਦ ਜੀ ਜਿਵੇਂ ਬਾਬਾ ਬੁੱਢਾ ਆਖਣ
ਤੇ ਬਾਬਾ ਬੁੱਢਾ ਜੀ ਨੇ ਉਹੀ ਆਖਣਾ ਹੈ ਜੋ ਗੁਰੂ ਅਰਜਨ ਦੇਵ ਜੀ ਨੇ ਆਖਿਆ। ਭਾਈ ਗੁਰਦਾਸ ਜੀ ਦੀ ਬਾਣੀ ਉਹੀ ਵਿਆਖਿਆ ਹੈ ਜੋ ਸਤਿਗੁਰੂ ਦੀ ਬਾਣੀ। ਉਹਨਾਂ ਆਪਣੇ ਕੋਲੋਂ ਥੋੜ੍ਹੀ ਕੁਛ ਕਹਿਣਾ, ਉਹ ਮਿਟੀਆਂ ਹੋਈਆਂ ਹਸਤੀਆਂ ਹਨ। ਹਾਂਜੀ। ਨੈਣ ਕੇ ਸਨਮੁਖ ਕਬ ਕਹੈ ਨਾ। ਬਸ ਇਹ ਜੋ ਆਖਣ ਇਹਨਾਂ ਦੇ ਸਾਹਮਣੇ ਕਦੀ ਬੋਲਣਾ ਨਹੀਂ। ਮਰਿਆਦਾ ਦੇ ਮਾਲਕ ਗੁਰੂ ਅਰਜਨ ਦੇਵ ਜੀ ਹਨ ਤੇ ਆਪਣੇ ਸਪੁੱਤਰ ਨੂੰ ਗੱਦੀ ਦੇ ਕੇ ਗੁਰਤਾ ਦੀ ਵਡਿਆਈ ਬਖਸ਼ ਕੇ, ਜਿਸ ਅੱਗੇ ਬਾਬਾ ਬੁੱਢਾ ਸਿੱਖ ਹੈ, ਫਿਰ ਸਪੁੱਤਰ ਆਪਣੇ ਗੁਰੂ ਹਰਗੋਬਿੰਦ ਸਾਹਿਬ ਨੂੰ ਆਗਿਆ ਕਰਦੇ ਹਨ ਕਿ ਭਾਈ ਬੁੱਢਾ ਜੀ ਦੀ ਆਗਿਆ ਦਾ ਸਤਿਕਾਰ ਕਰ। ਸਾਧ ਸੰਗਤ, ਇਸ ਪ੍ਰੇਮ ਦੀ ਖੇਡ ਨੂੰ ਜਾਂ ਗੁਰੂ ਅਰਜਨ ਦੇਵ ਸਮਝ ਸਕਦੇ, ਜਾਂ ਗੁਰੂ ਹਰਗੋਬਿੰਦ ਸਾਹਿਬ ਸਮਝ ਸਕਦੇ, ਤੇ ਜਾਂ ਜਿਨ੍ਹਾਂ ਦਾ ਨਾਮ ਲਿਆ ਹੈ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਹੀ ਸਮਝ ਸਕਦੇ ਨੇ। ਬਾਕੀ ਲੋਕ ਸ਼ੰਕੇ ਹੀ ਕਰ ਸਕਦੇ। ਹੋਰ ਕਿਸੇ ਨੂੰ ਇਹ ਖੇਡ ਸਮਝਾਉਣੀ ਔਖੀ ਹੈ। ਦੋਹਰਾ ਸੁਨ ਸ੍ਰੀ ਅਰਜਨ ਕੇ ਬਚਨ, ਬੁੱਢਾ ਆਦ ਜੇ ਦਾਸ। ਬਾਬਾ ਬੁੱਢਾ ਭਾਈ ਗੁਰਦਾਸ ਸਾਧਕ ਸੇਵਕਾਂ ਨੇ ਜਦ ਬਚਨ ਮਹਾਰਾਜ ਜੀ ਦੇ ਸੁਣੇ, ਸਤਿ ਸ੍ਰੀ ਹਰਗੋਬਿੰਦ ਕੇ ਬੰਦ ਚਰਨ ਸੁਖ ਰਾਸ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਵੀ ਸੁੱਖਾਂ ਦੇ ਮੂਲ, ਭਾਈ ਗੁਰਦਾਸ ਬਾਬਾ ਬੁੱਢਾ ਜੀ ਨੇ ਵੀ, ਸਭ ਸੰਗਤਾਂ ਨੇ ਵੀ ਸੁੱਖਾਂ ਦੇ ਮੂਲ ਗੁਰੂ ਅਰਜਨ ਦੇਵ ਜੀ ਨੂੰ ਨਮਸਕਾਰ ਕੀਤਾ, ਚਰਨ ਬੰਦਨਾ ਕੀਤੀ ਹੈ। ਹੁਣ ਇਸ ਵੇਲੇ ਵਕਤ ਦਾ ਤਕਾਜ਼ਾ ਹੈ। ਬਾਕੀ ਵਿਚਾਰ ਪ੍ਰੇਮ ਸਹਿਤ ਆਪ ਕੱਲ ਸਰਵਣ ਕਰੋਗੇ। ਦਾਸ ਨੇ 2 ਦਿਨ ਹਾਜ਼ਰੀ ਨਹੀਂ ਭਰ ਸਕਣੀ, ਕੁਝ ਜ਼ਰੂਰੀ ਸਮਾਗਮਾਂ ਵਿੱਚ ਦਾਸ ਨੇ ਦਿੱਲੀ ਹਾਜ਼ਰੀ ਭਰਨੀ ਹੈ। 13 ਤਰੀਕ ਸ਼ਾਮ ਤੋਂ ਫਿਰ 11, 12 2 ਦਿਨ ਦਾਸ ਦੀ ਹਾਜ਼ਰੀ ਨਹੀਂ ਭਰੀ ਜਾਣੀ। 13 ਤੋਂ ਮਹਾਰਾਜ ਕਿਰਪਾ ਕਰਨ ਤੇ ਫਿਰ ਆਪ ਜੀ ਦੇ ਪਾਤਸ਼ਾਹ ਜੀ ਦੀ ਮਿਹਰ ਸਦਕਾ ਕਦਮ ਬੋਸੀ ਕਰਦਿਆਂ ਹੋਇਆਂ ਸਤਿਗੁਰੂ ਜੀ ਦੇ ਪਾਵਨ ਤਖਤ ਦੀਆਂ ਹਾਜ਼ਰੀਆਂ ਭਰਨ ਦਾ ਸੁਭਾਗ ਪ੍ਰਾਪਤ ਹੋਵੇ। ਮਹਾਰਾਜ ਜੀ ਦੀ ਕਥਾ ਜਿਵੇਂ ਲੜੀਵਾਰ ਚੱਲਦੀ ਹੈ, ਉਹ ਚੱਲਦੀ ਹੀ ਰਹੇ। ਸਰੀਰ ਮਨੁੱਖ ਦਾ ਇੱਧਰ ਉੱਧਰ ਹੋ ਸਕਦਾ ਹੈ, ਗੁਰੂ ਦੀ ਵਡਿਆਈ ਥੋੜ੍ਹੀ ਹੋ ਸਕਦੀ। ਸਰੀਰ ਜੁਗੋ ਜੁਗਾ ਟਲ ਨਹੀਂ ਹੈ, ਪਰ ਗੁਰੂ ਦੀ ਗਾਥਾ ਗੁਰੂ ਦੀ ਤਰ੍ਹਾਂ ਜੁਗੋ ਜੁਗਾ ਟਲ ਹੈ। ਸਤਿਗੁਰੂ ਜੀ ਨੇ ਸਾਰਾ ਪ੍ਰਬੰਧ ਆਪ ਕੀਤਾ ਹੋਇਆ। ਬਾਰੰਬਾਰ ਸਭ ਦਾ ਹਾਰਦਿਕ ਤੌਰ ਤੇ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਆਓ 2 ਮਿੰਟ ਵਾਸਤੇ ਸਾਰੇ ਮਿਲ ਕੇ ਸ੍ਰੀ ਗੁਰੂ ਦੇਵ ਜੀ ਦੀ ਮਿਹਰ ਬਖਸ਼ਿਸ਼ ਦੀ ਦਾਤ ਗੁਰਮੰਤਰ ਦੁਆਰਾ ਝੋਲੀ ਚ ਪਾਈਏ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ, ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ।